सतगुर तिना मिलाया, जिना तुरे कीता लोड़ीए काम, सो हर पै आखिए। सतगुर सत श्री नानक पग सिमरो अंगद अमरदास गुर श्री गुरु रामदास गुर अर्जन बिगनन बिगनन श्री हर गोबिंद मत पर आशिक श्री हर राय नमो कर जोरी श्री हर कृष्ण मनाए तेग बहादुर परम कृपाला जी, परम कृपाला श्री गुरु गोबिंद सिंह तरों तरा तार पन पुन सीसा जी, पुन सीसा बंदों बार बार जगदीसा, जिसमें है अमृत ज्ञान मानक भगत वैराग श्री गुरु ग्रंथ साहिब उदद एकंकारा सतगुरु प्रसाद सत होए। वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए। सतनाम वाहिगुरु साहिब जी, गुरु गरीब निवाज धन धन साहिब श्री गुरु नानक देव जी महाराज। तां पर हेरा निज सुत बैसा, शोभा कोट कामन है तिसा। निर्जुर जय अंजलि जोरी, पनत बिन मन प्रीत न थोरी। तां पर हेरा निज सुत बैसा, शोभा कोट कामन है तैसा। निर्जुर जय
जोरी बनत बिनै मन प्रीत न थोड़ी। वाहिगुरु जी का खालसा वाहिगुरु जी की फतेह। परम सत्कारयोग गुरु बाबे ਦੀ ਪਾਵਨ ਪਵਿੱਤਰ ਗੋਦੀ ਵਿੱਚ ਆਪਾਂ ਸਾਰੀ ਸੰਗਤ ਇਕੱਤਰ ਹੋਏ ਹਾਂ। ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਸਹਿਜ ਪਾਠ ਚੱਲੇ। ਆਪ ਸੰਗਤਾਂ ਨੇ ਆਪਣੇ ਕੰਨਾਂ ਨੂੰ ਪਵਿੱਤਰ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਬਚਨ ਨੇ, ਇਹ ਸਰਵਣੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ। ਗੁਰੂ ਅਮਰਦਾਸ ਜੀ ਕਹਿੰਦੇ ਕਦੇ ਆਪੇ ਵੀ ਕੰਨ ਫੜ ਲਿਆ ਕਰੋ। ਤਾਂ ਸਕੂਲ ਵਿੱਚ ਟੀਚਰ ਫੜਾਉਂਦਾ ਨਾ, ਕੰਨ ਫੜੋ, ਹੁਣ ਤਾਂ ਨਹੀਂ ਫੜਾਉਂਦੇ। ਕੰਨ ਫੜ ਕੇ ਮਾਫੀ ਮੰਗੀ ਜਾਂਦੀ ਹੈ, ਕਿਉਂਕਿ ਕੰਨ ਆਪਣੇ ਸਰੀਰ ਦਾ ਬਹੁਤ ਖਾਸ ਪਾਰਟ ਹੈ। ਜੇ ਕੰਨ ਨਾ ਹੋਣ ਤੇ ਕੋਈ ਦੁਨੀਆ ਦਾ ਪਤਾ ਹੀ ਨਹੀਂ ਲੱਗਣਾ, ਕਿਸੇ ਗੱਲ ਦਾ ਪਤਾ ਨਹੀਂ ਲੱਗਣਾ, ਕਿਸੇ ਗਿਆਨ ਦਾ ਪਤਾ ਨਹੀਂ ਲੱਗਣਾ, ਕਿਸੇ ਜਗ੍ਹਾ ਦਾ ਪਤਾ ਨਹੀਂ ਲੱਗਣਾ। ਇਹ ਕੰਨ ਇੰਨੀ ਕੀਮਤੀ ਚੀਜ਼ ਹੈ ਜਿਹਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਮੇਰੇ ਉਹ ਕੰਨੋ ਤੁਹਾਨੂੰ ਪਤਾ ਮੇਰੇ ਸਿਰ ਦੇ ਨਾਲ ਕਿਉਂ ਲਾਇਆ ਗਿਆ? ਕਹਿੰਦੇ ਕਿਉਂ ਲਾਇਆ? ਕਹਿੰਦੇ ਗੀਤ ਸੁਣਨ ਵਾਸਤੇ ਨਹੀਂ, ਗੱਲਾਂ ਸੁਣਨ ਵਾਸਤੇ ਨਹੀਂ, ਸੱਚ ਹੈ ਸੁਣਨੇ ਨੂੰ ਪਠਾਏ। ਰੱਬ ਦੀ ਗੱਲ ਜਿੱਥੇ ਹੁੰਦੀ ਹੋਵੇ ਉੱਥੇ ਬਹਿ ਕੇ ਸੁਣਿਆ ਕਰੋ। ਤੇ ਅੱਜ ਸਭ ਤੋਂ ਔਖਾ ਹੈ ਸੰਗਤ ਵਿੱਚ ਬਹਿਣਾ। ਗੁਰੂ ਦੀ ਗੱਲ ਸੁਣਨੀ, ਬਾਣੀ ਚੱਲਦੀ ਹੋਵੇ 5 ਮਿੰਟ ਸੁਣੋ ਤੇ ਨੀਂਦ ਆਉਣ ਲੱਗ ਪੈਂਦੀ। ਕੀਰਤਨ ਚੱਲਦਾ ਹੋਵੇ ਤੇ ਉਂਝ ਘਰਾੜੇ ਵੱਜਣ ਲੱਗ ਪੈਂਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਅੰਮ੍ਰਿਤ ਰਸ ਕਥਾ ਬੜੀ ਪਿਆਰੀ ਹੈ। ਤੇ ਅੱਜ ਆਪਾਂ ਐਤਵਾਰ ਕਰਕੇ ਗੁਰੂ ਅਰਜਨ ਸਾਹਿਬ ਜੀ ਦੇ ਵਿਆਹ ਦੇ ਦਰਸ਼ਨ ਵੀ ਕਰਨੇ ਆ। ਉੱਦਾਂ ਤਾਂ 7 ਤਰੀਕ ਨੂੰ ਭੈਣਾਂ ਵੱਲੋਂ ਜਾਪ ਹੋਣੇ, 10:30 12 ਵਜੇ ਸਮਾਪਤੀ। ਪਰ ਗੁਰੂ ਕੀ ਸੰਗਤ ਨੇ ਅੱਜ ਪਹਿਰਾ ਰੱਖਿਆ ਹੈ। ਲੰਗਰ ਦੇ ਵਿੱਚ ਵੀ ਰਸਤਾਂ ਵਸਤਾਂ ਤਿਆਰ ਹੋ ਰਹੀਆਂ ਤੇ ਜਿਹੜੀਆਂ ਆਪਾਂ ਛਕਣੀਆਂ ਉੱਠ ਕੇ। ਮੈਂ ਤਾਂ ਪਹਿਲਾਂ ਬੇਨਤੀ ਕਰਤੀ ਵੀ ਕਈ ਪ੍ਰੇਮ ਵਾਲੇ ਹੁੰਦੇ ਪ੍ਰਸ਼ਾਦਾ ਪਾਣੀ ਵਾਲੇ, ਫਿਰ ਉਹ ਜਾਣਗੇ ਨਾ ਕੋ ਸਾਦਾ। ਥੋੜ੍ਹਾ ਜਿਹਾ ਲਾਲਚ ਵੀ ਜ਼ਰੂਰੀ ਹੈ ਨਾ, ਅੱਜ ਸਮਾਂ ਇੱਦਾਂ ਦਾ ਲਾਲਚ ਦੇਣਾ ਪੈਂਦਾ। ਕਿ ਪ੍ਰਬੰਧਕਾਂ ਨੂੰ ਕਹਿੰਦੇ ਜੀ ਲੰਗਰ ਬੰਦ ਕਰਨੇ ਚਾਹੀਦੇ ਆ। ਜਦੋਂ ਸਮਾਗਮ ਰੱਖੀਦਾ ਉਹ ਕਹਿੰਦੇ ਭਲੇ ਉਹ ਬਹੁਤੇ ਤੇ ਲੰਗਰ ਪੁੱਛ ਕੇ ਆਉਂਦੇ ਵੀ ਅੱਜ ਬਣਿਆ ਕੀ ਹੈ। ਕਹਿੰਦੇ ਤੁਸੀਂ ਕਿਤੇ ਲੰਗਰ ਬੰਦ ਕਰ ਦਿਓ, ਇਹ ਨਾ ਆਉਣਾ ਕੋ ਨਹੀਂ ਹੈ। ਕਹਿੰਦੇ ਫਿਰ ਇਹਦਾ ਕੀ ਮਤਲਬ? ਲਾਲਚ ਹੈ, ਬਿਲਕੁਲ ਲਾਲਚ ਹੈ। ਬਾਬਾ ਫਰੀਦ ਸਾਹਿਬ ਜੀ ਦੀ ਬੰਦਗੀ ਸ਼ੁਰੂ ਇੱਥੋਂ ਹੋਈ ਸੀ। ਉਹਨਾਂ ਦੀ ਮਾਤਾ ਮਰੀਅਮ ਰੋਜ਼ ਨਮਾਜ਼ ਪੜ੍ਹਦੀ ਹੈ ਤੇ ਬਾਬਾ ਫਰੀਦ ਸਾਹਿਬ ਜੀ 7-8 ਵਰ੍ਹਿਆਂ ਦੇ ਹਨ। ਤੇ ਇੱਕ ਦਿਨ ਆ ਕੇ ਕਹਿੰਦੇ, ਅੰਮੀ ਜਾਂ ਤੁਸੀਂ ਕੀ ਪੜ੍ਹਦੇ ਰੋਜ਼ ਇੱਥੇ ਬੈਠ ਕੇ ਚੌਂਕੜਾ ਮਾਰ ਕੇ? ਇੱਕ ਵਾਰੀ ਕਹਿ ਦਿਓ ਧੰਨ ਗੁਰੂ ਨਾਨਕ ਦੇਵ ਮਹਾਰਾਜ। ਤੇ ਜੇ ਆਪਾਂ ਹੀ ਨਾ ਪੜ੍ਹਾਂਗੇ ਤੇ ਬੱਚਿਆਂ ਨੇ ਕਿੱਥੋਂ ਪੜ੍ਹਨਾ? ਕਿਉਂਕਿ ਬੀਜ ਤਾਂ ਤੁਸੀਂ ਬੀਜਣਾ ਹੈ ਨਾ ਭਲਿਓ। ਕਹਿਣ ਦਾ ਭਾਵ ਬਾਬਾ ਫਰੀਦ ਸਾਹਿਬ ਕਹਿੰਦੇ, ਅੰਮੀ ਤੁਸੀਂ ਕੀ ਪੜ੍ਹਦੇ ਰੋਜ਼? ਕਹਿੰਦੀ ਬੇਟਾ ਖੁਦਾ ਦਾ ਸ਼ੁਕਰਾਨਾ ਕਰਕੇ ਨਮਾਜ਼ ਪੜ੍ਹਦੀ ਹੈ। ਅੱਜ ਤਰਕ ਦਾ ਸਮਾਂ ਸਾਡੇ ਬੱਚਿਆਂ ਕੋਲ ਸਵਾਲ ਬੜੇ ਆ। ਕਈ ਕਹਿੰਦੇ ਜੀ ਜਿਹੜੀ ਕਥਾ ਚੱਲ ਰਹੀ ਹੈ ਇਹਨੂੰ ਤਾਂ ਕਿੰਨੇ ਸਾਲ ਹੋ ਗਏ ਹੈ, 500 ਸਾਲ ਹੋ ਚੱਲਿਆ। ਅੱਜ ਕੀ ਫਾਇਦਾ ਸੰਗਤ ਨੂੰ ਸੁਣਾਉਣ ਦਾ? ਮੈਂ ਕਿਹਾ ਭਲੇ ਪਹਿਲਾਂ ਸੁਣ ਕੇ ਵੇਖੋ, ਬਾਅਦ 'ਚ ਦੱਸਿਓ ਵੀ ਕੀ ਫਾਇਦਾ ਨੁਕਸਾਨ ਹੈ। ਹੁਣ ਤਾਂ ਸਾਰੇ ਫਾਇਦਾ ਹੀ ਭਾਲਦੇ ਆ, ਪਹਿਲਾਂ ਪੁੱਛਦੇ ਕੀ ਫਾਇਦਾ ਹੋਊਗਾ। ਪਹਿਲੇ ਸਮੇਂ ਦੇ ਵਿੱਚ ਬੱਚਿਆਂ ਕੋਈ ਵੀ ਕੰਮ ਸਿੱਖਣਾ ਤੇ 5-5 6-6 ਸਾਲ ਤੇ ਜਿਹੜਾ ਉਸਤਾਦ ਕੁਝ ਦਿੰਦਾ ਹੀ ਨਹੀਂ ਸੀ ਹੁੰਦਾ। ਹੁਣ ਪਹਿਲਾਂ ਕਹਿੰਦੇ ਕਿੰਨੇ ਪੈਸੇ ਦੇਵਾਂਗੇ, ਬਾਅਦ 'ਚ ਲੱਗਾਂਗੇ। ਆਖੋ ਸਤਿਨਾਮ। ਇਹਨੂੰ ਕਹਿੰਦੇ ਕਲਾ ਦਾ ਯੁੱਗ, ਤੇਜ਼ੀ ਬਹੁਤ ਹੈ। ਤੋ ਗੁਰਮੁਖ ਪਿਆਰੀ ਸਾਧ ਸੰਗਤ ਜੀ, ਧੰਨ ਮੇਰੇ ਬਾਬਾ ਫਰੀਦ ਸਾਹਿਬ ਦੀ ਮਾਂ ਮਾਤਾ ਮਰੀਅਮ ਕਹਿੰਦੀ, ਬੇਟਾ
ਖੁਦਾ ਦੀ ਨਮਾਜ਼ ਪੜ੍ਹਦੀ ਹੈ। ਪਹਿਲਾ ਕਵਾਚਨ ਸੀ ਕੀ ਕਰਦੀ ਹੈ, ਹੁਣ ਦੂਜਾ ਕਵਾਚਨ ਕਰਨ ਲੱਗੇ, ਕਹਿੰਦੇ ਅੰਮੀ ਨਮਾਜ਼ ਵਿੱਚ ਕੀ ਹੁੰਦਾ। ਤੁਹਾਨੂੰ ਕੋਈ ਪੁੱਛੇ ਵੀ ਤੁਸੀਂ ਬਾਣੀ ਪੜ੍ਹਦੇ ਇਹਦੇ 'ਚ ਕੀ ਆ, ਜਵਾਬ ਦੇ ਸਕੋਗੇ। ਤੋ ਬਾਬਾ ਫਰੀਦ ਸਾਹਿਬ ਦੀ ਅੰਮੀ ਸੁਲਝੀ ਹੋਈ ਸੀ, ਕਹਿੰਦੀ ਬੇਟਾ ਇਹਦੇ ਵਿੱਚ ਖੁਦਾ ਰਹਿੰਦਾ ਹੈ, ਆਖੋ ਸਤਿਨਾਮ। ਤੀਜਾ ਸਵਾਲ ਫੇਰ ਕੀਤਾ, ਅੰਮੀ ਖੁਦਾ ਕੀ ਕਰਦਾ ਏ। ਕਹਿੰਦੇ ਪੁੱਤ ਜੋ ਮੰਗੀਏ ਉਹੋ ਹੀ ਦਿੰਦਾ, ਸਾਰੇ ਕੰਮ ਵੀ ਸਵਾਰ ਦਿੰਦਾ, ਦੁੱਖ ਦੂਰ ਕਰ ਦਿੰਦਾ। ਕਹਿੰਦੇ ਅੰਮੀ ਜੇ ਮੈਂ ਸ਼ੱਕਰ ਮੰਗਾਂ ਤੇ ਮੈਨੂੰ ਦੇਊਗਾ। ਮੈਂ ਤਾਂ ਸ਼ਬਦ ਵਰਤਿਆ ਵੀ ਆਪਾਂ ਲੰਗਰ ਪਾਣੀ ਵੀ ਬੀਬੀਆਂ 1 ਵਜੇ ਦੀਆਂ ਆਈਆਂ ਵਿਚਾਰੀਆਂ, ਇਹ ਲੋਹ ਦੇ ਉੱਤੇ ਬਹਿਣਾ ਬੜਾ ਔਖਾ ਅਤੇ ਏਸੀ 'ਚ ਬਹਿਣਾ ਔਖਾ। ਧਨ ਕਮਾਈ ਮਹਾਂਪੁਰਖ ਕਹਿੰਦੇ ਹੁੰਦੇ ਸੀ, ਲੋਹ ਦੀ ਸਭ ਤੋਂ ਵੱਡੀ ਸੇਵਾ, ਸਭ ਤੋਂ ਵੱਧ ਲੋਹ ਦੀ ਸੇਵਾ ਪਤਾ ਕਿਹਨੇ ਕੀਤੀ? ਮਾਤਾ ਖੀਵੀ ਜੀ ਤੇ ਗੁਰੂ ਅਮਰਦਾਸ ਜੀ। ਸੱਚੇ ਪਾਤਸ਼ਾਹ ਦੇ ਬਾਵਤ ਭੱਟ ਵਾਹਿਗੁਰੂ ਸੱਤਾ ਬਲਵੰਡਾ ਜੀ ਵੀ ਕਹਿੰਦੇ ਐ, ਮਾਤਾ ਖੀਵੀ ਨੇਕ ਜਨ ਜਿਨ ਬਹੁਤੀ ਛਾਓ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਪਿਆਲੀ, ਘਿਓ ਵਾਲੀ ਖੀਰ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਸਾਗਰ ਰਹਿਮਤ ਕਰਨ। ਬਾਬਾ ਫਰੀਦ ਸਾਹਿਬ ਕਹਿੰਦੇ ਮੈਨੂੰ ਦੇਊਗਾ। ਅੰਮੀ ਕਹਿੰਦੀ ਬਿਲਕੁਲ ਤੂੰ ਪੜ੍ਹਿਆ ਕਰ। ਕਹਿੰਦੇ ਅਜੇ ਮੈਨੂੰ ਪੜ੍ਹਨਾ ਨਹੀਂ ਆਉਂਦਾ। ਕਹਿੰਦੇ ਚੱਲ ਤੂੰ ਇੱਦਾਂ ਕਰ, ਅੱਖਾਂ ਬੰਦ ਕਰਕੇ ਨਾ ਇਕੱਲਾ ਖੁਦਾ 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 ਹੀ ਕਰ ਲਿਆ ਕਰ ਜਿੰਨਾ ਟਾਈਮ ਨਮਾਜ਼ ਦਾ ਏ। ਅਤੇ ਉਹਨਾਂ ਵੀ ਲਾਲਚ ਲਾ ਕੇ ਇੱਕ ਕੁੜੀ ਦੇ ਵਿੱਚ ਸ਼ੱਕਰ ਬੰਨ੍ਹ ਕੇ ਰੱਖ ਦੇਣੀ, ਅਤੇ ਬਾਬੇ ਫਰੀਦ ਨੇ ਉੱਠ ਕੇ ਅਤੇ ਛਕਣੀ ਕਹਿਣਾ, ਅੰਮੀ ਵੇਖ ਮੈਨੂੰ ਸ਼ੱਕਰ ਮਿਲੀ, ਆਖੋ ਸਤਿਨਾਮ ਵਾਹਿਗੁਰੂ। ਇਹ ਬੜੀ ਵੱਡੀ ਬਖਸ਼ਿਸ਼ ਹੈ। ਕਿਸੇ ਨੂੰ ਜੋੜਨਾ ਕਿਸੇ ਪਾਸੇ ਲਾਲਚ ਕਰਕੇ ਜੁੜ ਜੇ ਇੰਨਾ ਹੀ ਬਹੁਤ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਆਪਣੇ ਕੋਲ ਸਮਾਂ ਕੀਮਤੀ ਹੈ, ਥੋੜ੍ਹਾ ਜਿਹਾ ਪ੍ਰਸੰਗ ਰਹਿੰਦਾ ਹੈ ਮਹਾਰਾਜ ਦੀ ਬਾਲ ਲੀਲਾ ਦਾ, ਫਿਰ ਮਹਾਰਾਜ ਦਾ ਪਾਂਧੇ ਕੋਲ ਪੜ੍ਹਨ ਦਾ ਪ੍ਰਸੰਗ ਆਰੰਭ ਹੋਣਾ ਹੈ। ਇਹ ਪ੍ਰਸੰਗ ਆਪਾਂ ਸੰਪੂਰਨ ਕਰਕੇ ਅਤੇ ਫਿਰ ਗੁਰੂ ਅਰਜਨ ਸਾਹਿਬ ਦਾ ਵਿਆਹ ਵੇਖਣਾ। ਅੱਜ ਧੰਨ ਮੇਰੇ ਪੰਜਵੇਂ ਪਾਤਸ਼ਾਹ। ਉਹ ਤਾਂ ਅੱਜ ਵੀ ਅੱਜ ਐਤਵਾਰ ਸੰਗਤ ਹੋਰ ਵੀ ਲਾਹਾ ਲੈ ਜਾਏਗੀ। ਜਿਹੜੇ ਰੂਟੀਨ ਵਾਲੇ ਉਹ ਤਾਂ ਸਾਰੇ ਹੀ ਤਕਰੀਬਨ ਮਹਾਰਾਜ ਦੀ ਕਿਰਪਾ ਦੇ ਪਾਤਰ ਬਣਦੇ ਆ। ਇਸ ਕਰਕੇ ਆਓ ਸਾਰੀ ਸੰਗਤ ਕਿਰਪਾ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ 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 ਜੀ। ਵਾਹਿਗੁਰੂ ਸਾਹਿਬ ਜੀਓ ਤਾਂ ਪਰ ਹੀਰਾ ਨਿਜ ਸੁਤ ਬੈਸਾ, ਸੋਭਾ ਕੋਟ ਕਾਮਨ ਤੈਸਾ। ਕੱਲ੍ਹ ਦੇ ਦੀਵਾਨ ਵਿੱਚ ਜਿਹੜੀਆਂ ਸੰਗਤਾਂ ਰੂਟੀਨ ਵਿੱਚ ਆ ਰਹੀਆਂ ਨੇ, ਆਪਾਂ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਬਾਲ ਲੀਲਾ ਕਰਕੇ ਆਏ ਖੇਡ ਕੇ, ਅਤੇ ਆਖੋ ਸਾਰੇ ਧੰਨ ਧੰਨ ਮਾਤਾ ਤ੍ਰਿਵਤਾ ਜੀ। ਧੰਨ ਸੀ ਮਾਂ, ਕਿਉਂਕਿ ਰੱਬ ਦਾ ਪ੍ਰਕਾਸ਼ ਜੀ ਦੀ ਕੁੱਖ ਤੋਂ ਹੋਇਆ। ਬੰਦਗੀ ਹੋਵੇ, ਜਗ੍ਹਾ ਸੋਹਣੀ ਹੋਵੇ ਤਾਂ ਫੇਰ ਹੀ। ਹੁਣ ਜੇ ਆਪਾਂ ਇੱਥੇ ਪਾਰਕ ਦੇ ਵਿੱਚ ਸੇਬਾਂ ਦਾ ਬਦਾਮਾਂ ਦਾ ਬੂਟਾ ਲਾ ਦਈਏ, ਇੱਥੇ ਤਾਂ ਨਹੀਂ ਹੋਣਾ। ਉਹਦੇ ਵਾਸਤੇ ਉਹੀ ਮਾਹੌਲ ਚਾਹੀਦਾ, ਕਸ਼ਮੀਰ ਦੀ ਬਰਫ਼ ਪੈਣੀ ਚਾਹੀਦੀ ਹੈ। ਇਸ ਕਰਕੇ ਸਾਧ ਸੰਗਤ ਜੀ, ਇਹ ਰੱਬ ਦੀ ਬੰਦਗੀ ਵਾਲੇ ਵੀ ਉੱਥੇ ਟਿਕਦੇ ਜਿੱਥੇ ਬੰਦਗੀ ਵਾਲੀ ਰੂਹ ਬੈਠੀ ਹੁੰਦੀ ਹੈ। ਇਸ ਕਰਕੇ ਕਿਉਂਕਿ ਮੱਖੀ ਦਾ ਸੁਭਾਅ ਹੈ, ਮੱਖੀ ਨੇ ਤਾਂ ਗੰਦ 'ਤੇ ਟਿਕਣਾ ਅਤੇ ਭੌਰਿਆਂ ਨੇ ਫੁੱਲ 'ਤੇ ਟਿਕਣਾ। ਜਿਹੜੀ ਸੰਗਤ ਗੁਰੂ ਨੂੰ ਪਿਆਰ ਕਰਦੀ, ਭੌਰੇ ਹੋ ਮਹਾਰਾਜ ਦੇ ਕੋਲ ਹੋ ਕੇ ਬਹਿੰਦੇ ਹੋ। ਨਹੀਂ ਤਾਂ ਅੱਜ ਸਮਾਂ ਗੰਦਗੀ ਦਾ ਏ। ਸਾਰਾ ਦਿਨ ਮੋਬਾਇਲ ਦੇ ਵਿੱਚ ਅੱਖਾਂ ਥੱਕਦੀਆਂ ਕਿਤੇ। ਲੈ 5 ਮਿੰਟ ਕਿਸੇ ਨੂੰ ਕਹਿ ਦੇ ਵੀ ਸਤਿਨਾਮ ਜਪਾਉਣਾ ਹੈ, ਉਹਨੇ ਭੱਜ ਜਾਣਾ, ਆਖੋ ਸਤਿਨਾਮ। ਤੋ ਇਸ ਕਰਕੇ ਮਾਤਾ ਜੀ ਨੇ ਸਮੁੰਦਰ ਛਕਾਇਆ, ਦੁੱਧ ਚੂਰੀ ਛਕਾਈ, ਅਤੇ ਮੇਰੇ ਨਾਨਕ ਜੀ ਸੌਂ ਗਏ ਨੇ। ਅਤੇ ਮਾਤਾ ਜੀ ਵੀ ਕੰਮ ਕਰਕੇ ਆਪਣੇ ਪੁੱਤਰ ਆਪਣੇ ਰੱਬ ਜੀ ਦੇ ਨਾਲ ਸੌਂ ਗਏ।
ਤੇ ਕਵੀ ਜੀ ਕਹਿੰਦੇ ਜਦੋਂ ਸਵਾ ਪਹਿਰ ਰਾਤ ਰਹਿ ਗਈ ਤੇ ਮਾਤਾ ਜੀ ਨੂੰ ਸੁਪਨਾ ਆਇਆ ਹੈ, ਤੇ ਸੁਪਨੇ ਦੇ ਵਿੱਚ ਕੀ ਵੇਖਿਆ ਹੈ। ਕਈ ਵਾਰੀ ਬੰਦਗੀ ਕਰਦੇ ਨਾ ਜਿਹੜੇ, ਉਹਨਾਂ ਨੂੰ ਸੁਪਨੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਕੁਝ ਦੇ ਜਾਂਦੇ ਜੇ, ਤੇ ਸੱਚ ਵੀ ਹੁੰਦਾ ਹੈ, 'ਚ ਕੋਈ ਸ਼ੱਕ ਨਹੀਂ। ਆਖੋ ਸਤਿਨਾਮ। ਜਿਹੜੇ ਬੰਦਗੀ ਵਾਲੇ ਉਹਨਾਂ ਨੂੰ ਸੁਪਨੇ ਵੀ ਉੱਦਾਂ ਦੇ ਆਉਣੇ, ਕਲਯੁਗੀਆਂ ਨੂੰ ਉੱਦਾਂ ਦੇ ਸੁਪਨੇ ਆਉਣੇ। ਤੋ ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸੁਪਨੈ ਹੂੰ ਬਰਡਾਏ ਕਹਿ ਜਿਹੇ ਮੁਖ ਨਿਕਸੈ ਰਾਮ, ਤਾਂ ਕਿ ਪੱਗ ਕੀ ਪਾਨਹੀ ਮੇਰੇ ਤਨ ਕੋ ਚਾਮ। ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਕੁਝ ਦੱਸੇ ਤੇ ਸਹੀ ਕਿ ਰਾਤੀ ਸੁੱਤੇ ਪਿਆ ਮੈਨੂੰ ਰੱਬ ਜੀ ਦੇ ਦਰਸ਼ਨ ਹੋਏ। ਰਾਤੀ ਸੁੱਤੇ ਪਿਆ ਮੇਰੇ ਅੰਦਰ ਜਾਪ ਚੱਲਣ ਲੱਗ ਪਿਆ, ਤੇ ਕਬੀਰ ਸਾਹਿਬ ਕਹਿੰਦੇ ਮੈਂ ਮੋਚੀ ਕੋ ਜਾਵਾਂਗਾ ਤੇ ਮੋਚੀ ਨੂੰ ਕਹਾਂਗਾ ਕਿ ਭਾਈ ਮੇਰੀ ਖੱਲ ਲਾ ਲਾ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ। ਕਹਿੰਦੇ ਮੇਰੀ ਖੱਲ ਲਾ ਲਾ, ਤੇ ਮੋਚੀ ਕਹੇਗਾ ਭਲਿਆ ਬੰਦੇ ਦੀ ਖੱਲ। ਤੇ ਕਬੀਰ ਸਾਹਿਬ ਕਹਿੰਦੇ ਮੈਂ ਕਹਾਂਗਾ ਇਹਦਾ ਵਧੀਆ ਜਿਹਾ ਜੋੜਾ ਬਣਾ, ਜੁੱਤੀ ਇੰਨੀ ਸੋਹਣੀ ਤਿਆਰ ਕਰ। ਉਹ ਕਹਿੰਦੇ ਕਰਨੀ ਕੀ ਹੈ? ਕਹਿੰਦੇ ਜਿਹਦੇ ਸੁੱਤੇ ਪਿਆ ਵੀ ਨਾਮ ਚੱਲਦਾ ਉਹਦੇ ਪੈਰਾਂ 'ਚ ਪਵਾਉਣੀ ਹੈ। ਕਬੀਰ ਸਾਹਿਬ ਇੰਨਾ ਪਿਆਰ ਕਰਦੇ ਬਾਣੀ ਪੜ੍ਹਨ ਵਾਲੇ, ਸਿਮਰਨ ਕਰਨ ਵਾਲੇ ਨੂੰ। ਇਹ ਸੱਚੀ ਕਮਾਈ ਹੈ ਨਾ, ਝੂਠੀ ਕਮਾਈ ਤਾਂ ਸਾਰੇ ਕਰੀ ਆਉਂਦੇ। ਕੋਈ 2 ਲੱਖ ਕਮਾਉਂਦਾ, ਕੋਈ 4 ਕਮਾਉਂਦਾ, ਕਈ 5-5 ਲੱਖ ਵਾਲੇ ਵੀ। ਤਾਂ ਉਹ ਕਾਹਦੀ ਕਮਾਈ ਹੈ? ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਕੂੜੈ ਨੇ ਲੱਗਾ ਵਿਸਰਿਆ। ਜਿਹਦੇ ਵਿੱਚ ਕਰਤਾਰ ਹੀ ਭੁੱਲ ਗਿਆ, ਕਾਹਦੀਆਂ ਕਮਾਈਆਂ ਨੇ? ਕਮਾਈ ਤਾਂ ਤੁਸੀਂ ਕਰ ਰਹੇ ਹੋ। ਵਾਹਿਗੁਰੂ 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 ਵਾਹਿਗੁਰੂ। ਤੇ ਮਾਤਾ ਜੀ ਬੰਦਗੀ ਦੇ ਨਾਲ ਭਿੱਜੇ ਸੁੱਤੇ ਨੇ। ਜਦੋਂ ਸੌਂ ਗਏ ਤੇ ਅੰਮ੍ਰਿਤ ਵੇਲਾ ਹੋਇਆ, 2:30 ਵਜੇ ਦਾ ਸਮਾਂ ਹੈ। ਤੇ ਸੁਪਨਾ ਕੀ ਆਇਆ ਕਿ ਮੇਰਾ ਨਾਨਕ ਬੜੇ ਸੋਹਣੇ ਪਲੰਗੇ ਤਖਤ ਦੇ ਉੱਤੇ ਸੁਭਾਏਮਾਨ ਹੈ, ਜਿਹਦੇ ਪਾਵਿਆਂ ਨੂੰ ਸੁੱਚੇ ਤੇ ਸੋਹਣੇ ਮਾਣਕ ਜੜੇ ਹੋਏ ਨੇ, ਮੋਤੀ ਜੜੇ ਹੋਏ ਨੇ। ਤੇ ਦੇਵੀ ਦੇਵਤੇ ਹੱਥਾਂ ਦੇ ਵਿੱਚ ਫੁੱਲ ਲੈ ਕੇ, ਅਤਰ ਲੈ ਕੇ, ਚੰਦਨ ਲੈ ਕੇ ਖੜੇ ਨੇ। ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਪਾ ਰਹੇ ਨੇ। ਤੇ ਉਹਨਾਂ ਦੇਵਤਿਆਂ ਦੇ ਚਿਹਰੇ ਇੰਨੇ ਸੋਹਣੇ ਆ ਕਿ ਤੇਜ ਨਹੀਂ ਝੱਲਿਆ ਜਾ ਰਿਹਾ। ਇੰਨਾ ਉਹਨਾਂ ਦਾ ਤਪ ਤੇਜ ਜਿਹੜਾ ਸੁੰਦਰ ਹੈ। ਇਸ ਕਰਕੇ ਮਹਾਰਾਜ ਜੀ ਦੇ ਮਾਤਾ ਜੀ ਸੁਪਨਾ ਲੈ ਰਹੇ। ਜਦੋਂ ਦਿਨ ਚੜ੍ਹਿਆ ਤੇ ਅੱਗੇ ਫਿਰ ਕੀ ਹੋਇਆ? ਕਹਿੰਦੇ ਹਨ ਕਿ ਉਹ ਸੁਪਨੇ ਦੇ ਵਿੱਚ ਕੀ ਵੇਖ ਰਹੇ ਹਨ? ਨਿਰਜੁਰ ਜਨ ਅੰਜਲੀ ਜੋਰੀ, ਪੰਤ ਬਿਨੈ ਮਨ ਪ੍ਰੀਤ ਨ ਥੋਰੀ। ਕਹਿੰਦੇ ਮਹਾਰਾਜ ਜੀ ਸਿੰਘਾਸਨ ਤੇ ਬੈਠੇ ਹਨ ਤੇ ਬਹੁਤ ਸੋਹਣਾ ਚਿਹਰਾ ਹੈ ਮੇਰੇ ਬਾਬੇ ਨਾਨਕ ਦਾ, ਜਿਸ ਚਿਹਰੇ ਨੂੰ ਵੇਖ ਕੇ ਸਾਰੇ ਦੁੱਖ ਹੀ ਦੂਰ ਹੋ ਜਾਂਦੇ ਆ। ਅੱਜ ਵੀ ਕਈ ਬੰਦਗੀ ਵਾਲੀਆਂ ਰੂਹਾਂ ਤੁਹਾਡੇ 'ਚ ਬੈਠੀਆਂ ਜਾਂ ਤੁਹਾਨੂੰ ਮਿਲਣਗੀਆਂ, ਉਹਨਾਂ ਦਾ ਮੱਥਾ ਹੀ ਇੰਨਾ ਕੁ ਤਪ ਵਾਲਾ ਹੁੰਦਾ ਏ। ਉਹਨਾਂ ਨੂੰ ਫਤਿਹ ਬੁਲਾ ਦਈਏ ਤੇ ਇੱਦਾਂ ਲੱਗਦਾ ਜਿਵੇਂ ਕੋਈ ਚੀਜ਼ ਸਾਡੇ ਉੱਪਰ ਪਾ ਗਏ ਹੁੰਦੇ ਆ, ਸਾਨੂੰ ਕੋਈ ਰੰਗ ਦੇ ਗਏ ਹੁੰਦੇ ਆ। ਤਾਂ ਹੀ ਮਹਾਰਾਜ ਨੇ ਆਖਿਆ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਤੇ ਇੱਕ ਹੁੰਦਾ ਸਾਖਤ। ਸਾਖਤ ਜਦੋਂ ਤੁਹਾਨੂੰ ਮਿਲੂਗਾ ਤੇ ਤੁਹਾਡਾ ਕੀਤਾ ਕਰਾਇਆ ਖੋ ਕੇ ਸੁੱਟ ਜੂਗਾ। ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਜਦੋਂ ਰੱਬ ਤੋਂ ਟੁੱਟਿਆ ਹੋਇਆ, ਰੱਬ ਤੋਂ ਦੂਰ ਹੋਇਆ, ਸੜਿਆਣ ਵਾਲਾ ਬੰਦਾ ਮਿਲੇ, ਉਹਨੂੰ ਵੇਖ ਕੇ ਭੱਜੋ। ਕੀ ਕਰੋ? ਅੱਧੇ ਕੁ ਬੋਲੇ, ਦੂਜਿਆਂ ਨੇ ਭਜਣਾ, ਸਾਰਿਆਂ ਨੂੰ ਹੈ। ਮਾਰੇ ਕਹਿੰਦੇ ਜਦੋਂ ਕੋਈ ਰੱਬ ਤੋਂ ਟੁੱਟਿਆ ਆਵੇ ਤੇ ਉਹਨੂੰ ਵੇਖ ਕੇ ਲੁਕ ਜਾਓ ਜਾਂ ਭਾਜੋ। ਕਬੀਰ ਸਾਖਤ ਸੰਗ ਨਾ ਦੂਰ ਰਹਿ ਜਾਈਏ। ਉਹ ਪਿਛਲੇ ਗੇੜ ਤੇ ਹੋਵੇ ਤੇ ਤੁਸੀਂ ਇੱਥੇ ਹੋ ਤੇ ਲੁਕ ਜਾਓ। ਕਬੀਰ ਸਾਹਿਬ ਨੂੰ ਕਿਉਂ ਕਹਿਣਾ ਪਿਆ? ਉਹਨੂੰ ਪਤਾ ਸੀ ਵੀ ਜੋ ਜੈਸੀ ਸੰਗਤ ਮਿਲੇ, ਜਿਹੜਾ ਆਪ ਰੱਬ ਤੋਂ ਟੁੱਟਿਆ ਆ ਉਹ ਤੁਹਾਡੇ ਨਾਲ ਪ੍ਰੇਮ ਪਾਊਗਾ ਤੇ ਤੁਹਾਨੂੰ ਵੀ ਲੈ ਕੇ ਬਹਿ ਜੂ। ਕਿ ਕਲਯੁਗ ਦਾ ਸਮਾਂ ਹੋ ਜਾਂਦਾ, ਪੈਰਾਂ 'ਚ ਕੋਈ ਸ਼ੱਕ ਨਹੀਂ। ਕਲਯੁਗ ਦਾ ਜ਼ੋਰ ਵੱਡਾ ਏ, ਪਰ ਉਹ ਤੁਹਾਡਾ ਕੀਤਾ ਕਰਾਇਆ ਖੋ ਕੇ ਲੈ ਜਾਏਗਾ। ਇਸ ਕਰਕੇ
ਬਾਬਾ ਕਬੀਰ ਸਾਹਿਬ ਕਹਿੰਦੇ ਕੋਈ ਰੱਬ ਦਾ ਸੰਤ ਮਿਲੈ ਕਿਛ ਸੁਣੀਐ, ਕਹੀਐ ਮਿਲੈ ਅਸੰਤ। ਮਸਤ ਕਰ ਰਹੀਐ। ਕਹਿੰਦੇ ਕੋਈ ਰੱਬ ਦਾ ਪਿਆਰਾ ਮਿਲੇ ਤੇ ਉਹਦੇ ਨਾਲ ਗੱਲਾਂ ਬਾਤਾਂ ਕਰਿਆ ਕਰੋ, ਉਹਨੂੰ ਬੁਲਾ ਲਿਆ ਕਰੋ, ਬਹਿ ਜਾ ਕਰੋ, ਤੇ ਜੇ ਕੋਈ ਉਹੋ ਜਿਹਾ ਹੋਵੇ ਤੇ ਉੱਥੋਂ ਬਹਿ ਕੇ ਨਿਕਲ ਜਾ ਕਰੋ। ਤੇ ਇਸ ਕਰਕੇ ਕਹਿੰਦੇ ਮੇਰੇ ਸਤਿਗੁਰੂ ਮਹਾਰਾਜ ਦਾ ਬੜਾ ਸੁੰਦਰ ਚਿਹਰਾ ਪ੍ਰਤਾਪ ਹੈ, ਝੱਲਿਆ ਨਹੀਂ ਜਾਂਦਾ। ਸਾਰੇ ਦੇਵੀ ਦੇਵਤੇ ਹੱਥ ਜੋੜ ਕੇ ਪੂਜਾ ਕਰ ਰਹੇ ਤੇ ਬੇਨਤੀ ਕਰਦੇ ਹਨ ਕਿ ਹੇ ਵਾਹਿਗੁਰੂ ਜੀ, ਤੁਹਾਡੇ ਵਾਸਤੇ ਸਾਡੇ ਅੰਦਰ ਬੜੀ ਸ਼ਰਧਾ ਤੇ ਪਿਆਰ ਹੈ। ਉਸਤਤ ਉਪਤਨ ਕੁਦਿਤ ਜੈ ਜੈ ਬਚਨ ਉਚਾਰ। ਕਹਿੰਦੇ ਕਈ ਤਰ੍ਹਾਂ ਉਸਤਤ ਕਰ ਰਹੇ ਮੇਰੇ ਸਤਿਗੁਰੂ ਜੀ, ਕਈ ਮੁੱਖ ਚੋਂ ਸੋਹਣੇ ਸੋਹਣੇ ਬਚਨ ਕੱਢ ਰਹੇ ਨੇ। ਉਸਤਤ ਹੁੰਦੀ ਪਿਆਰ ਦੀਆਂ ਗੱਲਾਂ, ਸ਼ਰਧਾ ਦੀਆਂ ਬਾਤਾਂ, ਤੇ ਆਪਣੀ ਉਸਤਤ ਪਤਾ ਹੀ ਕਿੰਨੀ ਕੁ ਹੈ ਵੀ 300 ਜਾਣਾ ਪੈਲਸ ਵਿੱਚ ਖੜੋਤਾ ਮੇਕਅਪ ਕਰਕੇ, ਆਖੋ ਵਾਹਿਗੁਰੂ। ਕਿਤੇ ਕੱਪੜੇ ਪਾਏ, ਮਹਿੰਗੇ ਮੋਬਾਈਲ, ਮਹਿੰਗੀਆਂ ਛਾਪਾਂ, ਤੇ ਇੰਨੇ ਕੁ ਨਿਕੰਮੇ ਆ ਵੀ 10 ਗੁਰੂਆਂ ਦੇ ਨਾਂ ਨਹੀਂ ਆਉਂਦੇ। ਗ੍ਰੰਥੀ ਸਾਹਿਬ ਵਿਚਾਰਾ ਕਿਤੇ ਡਿੱਗ ਡੁੱਗ ਪਿਆ, ਉਹ ਆਇਆ ਨਹੀਂ, ਲੇਟ, ਤੇ ਬਰਾਤ ਆ ਗਈ। ਉਹ ਦੇ ਫੋਨ ਤੇ ਫੋਨ ਬੰਦ ਆਵੇ। ਫਿਰ ਉਹਨਾਂ ਇੱਥੇ ਕੀਤਾ ਬੌਲੀ ਸਾਹਿਬ, ਕਹਿੰਦੇ ਜੀ ਭਾਈ ਨਹੀਂ ਸਾਡਾ ਪਹੁੰਚਿਆ, ਤੁਸੀਂ ਇੱਥੋਂ ਭੇਜੋ। ਦਾਸ ਵੀ ਕਿਤੇ ਜਾ ਰਿਹਾ ਸੀ ਪ੍ਰੋਗਰਾਮ 'ਤੇ, ਕਹਿੰਦੇ ਵੀ ਛੇਤੀ ਗੱਡੀ ਮੋੜੋ, ਕੰਮ ਬੜਾ ਖਰਾਬ ਹੈ। ਕੀ ਹੋਇਆ? ਕਹਿੰਦੇ ਵੀ ਉੱਦਾਂ ਭਾਈ ਜੀ ਉਹਨਾਂ ਦਾ ਫੋਨ ਚੱਕਦਾ ਤੇ ਉੱਥੇ ਤਾਂ ਰੌਲਾ ਪੈ ਗਿਆ। ਉਹ ਵਿੱਚੋਂ ਭਜਾਈ 90-100 ਤੇ ਜਾ ਕੇ ਪਹੁੰਚੇ ਤੇ ਸਾਰੇ ਖੜੋਤੇ ਇੱਕ ਦੂਜੇ ਵੱਲ ਵੇਖਣ, ਤੇ ਇੱਕ ਵਿੱਚੋਂ ਪਤਾ ਨਹੀਂ ਉਹਨੇ ਪੀਤੀ ਪੂਤੀ ਹੈ। ਕਹਿੰਦੇ ਇਹਨੂੰ ਸ਼ਰਮ ਨਹੀਂ ਆਉਂਦੀ ਭਾਈ ਨੂੰ, ਇਹ ਕਿੱਥੋਂ ਆਇਆ? ਮੈਂ ਕਿਹਾ ਆਪਣੀ ਜ਼ਬਾਨ ਨੂੰ ਲਗਾਮ ਦੇ ਦੇ, ਮੈਂ ਤੇਰਾ ਨੌਕਰ ਨਹੀਂ ਆ। ਆਪਣੇ ਨਾਲ ਗੱਲ ਕਰੋ, ਜਿਹਨੂੰ ਸੱਦਿਆ ਮੈਂ ਆਪਣਾ ਕੰਮ ਛੱਡ ਕੇ ਆਇਆ, ਉਹ ਵੀ ਤੁਹਾਡਾ ਸਤਿਕਾਰ ਰੱਖਣ ਲਈ। ਇੰਨੀ ਜ਼ੁਬਾਨ ਮਾੜੀ। ਆਪਾਂ ਕਹਿੰਦੇ ਜੀ ਫਲਾਣੇ ਥਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਆਪਾਂ ਕਿਹੜਾ ਘੱਟ ਕਰਦੇ ਹਾਂ? ਜਦੋਂ ਅਰਦਾਸ ਹੁੰਦੀ ਹੈ, ਅਰਦਾਸ ਪਤਾ ਕਿੰਨਾ ਰੂਹਾਂ ਦੀ ਆ। ਜਿਹਦਾ ਇੱਥੇ ਟੋਕਾ ਮਾਰਨ ਲੱਗੇ ਤੇ ਭਾਈ ਮਣੀ ਸਿੰਘ ਕਹਿੰਦਾ ਜਲਾਦਾ ਤੂੰ ਆਪਣੇ ਖਸਮ ਦਾ ਹੁਕਮ ਪੂਰਾ ਕਰ, ਮੈਂ ਆਪਣੇ ਦਾ ਕਰਨਾ ਏ। ਕਹਿੰਦੇ ਉਹ ਕਿਵੇਂ? ਕਹਿੰਦੇ ਜਦੋਂ ਮੈਂ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਦਾ ਸੈਂ, ਮੇਰਾ ਪਿਓ, ਮੇਰਾ ਬਾਪ, ਮੇਰਾ ਪਾਤਸ਼ਾਹਾਂ ਦਾ ਸ਼ਾਹ ਹਜ਼ੂਰ ਸਾਹਿਬ ਦੀ ਧਰਤੀ ਨੂੰ ਟੁਰਨ ਲੱਗਾ ਸੀ, ਤੇ ਮੈਂ ਰਕਾਬਾਂ ਵਿੱਚ ਪਏ ਹੋਏ ਪੈਰ, ਪਏ ਹੋਏ ਚਰਨ ਗੁਰੂ ਗੋਬਿੰਦ ਸਿੰਘ ਦੇ ਚੁੰਮ ਕੇ ਆਖਿਆ ਸੀ, ਸਤਿਗੁਰੂ ਤੁਹਾਡੇ ਬਿਨਾਂ ਦਿਲ ਨਹੀਂ ਲੱਗਣਾ। ਤੇ ਮਹਾਰਾਜ ਕਹਿੰਦੇ ਸੀ ਮਣੀ ਸਿੰਘਾ ਮੰਗ ਲਾ ਕੁਝ। ਕਹਿੰਦੇ ਸੀ ਪਾਤਸ਼ਾਹ ਇੱਕੋ ਚੀਜ਼ ਮੰਗੀ ਹੈ, ਮੇਰੀ ਸਿੱਖੀ, ਕੇਸਾਂ ਸਵਾਸਾਂ। ਤੇ ਗੁਰੂ ਗੋਬਿੰਦ ਸਿੰਘ ਦੇ ਮੁਖ ਚੋਂ ਵਚਨ ਨਿਕਲਿਆ ਸੀ, ਮਣੀ ਸਿੰਘਾ ਜਾ ਤੇਰਾ ਬੰਦ ਵੀ ਕੱਟਿਆ ਜਾਊ, ਤੇਰੀ ਸਿੱਖੀ ਤਾਂ ਵੀ ਨਹੀਂ ਛੁੱਟਦੀ। ਉਹ ਸਮਾਂ ਆਇਆ ਨਿਕਾਸ ਚੌਂਕ ਦੇ ਵਿੱਚ, ਬਾਬਾ ਮਣੀ ਸਿੰਘ ਸਾਹਿਬ ਦੀ 95-96 ਸਾਲ ਦੀ ਉਮਰ ਹੈ। ਕਹਿਣ ਲੱਗੇ ਜਲਾਦਾ ਤੇਰੇ ਖਸਮ ਨੇ ਹੁਕਮ ਕੀਤਾ ਵੀ ਬੰਦ ਕੱਟਣਾ, ਤੇ ਮੇਰੇ ਖਸਮ ਨੇ ਕਿਹਾ ਸੀ ਤੇਰਾ ਕੱਟਿਆ ਜਾਵੇਗਾ, ਪਰ ਤੂੰ ਤਾਂ ਮੇਰੇ ਗੁੱਟ ਤੇ ਮਾਰਨ ਲੱਗਾ, ਉਂਗਲ ਤੋਂ ਸ਼ੁਰੂ ਕਰ। ਇਹ ਅਰਦਾਸ ਉਹਨਾਂ ਦੀ ਹੈ ਜਿਹਦੇ ਵਿੱਚ ਤੂੰ 2 ਮਿੰਟ ਆਪਣੀ ਜੁੱਤੀ ਨਹੀਂ ਲਾ ਸਕਿਆ, ਬੇਅਦਬੀ ਨਹੀਂ, ਸਿਰ ਨਹੀਂ ਢੱਕਦੇ। ਇਸ ਕਰਕੇ ਮਾਫੀ ਦੇ ਦਿਓ। ਇੱਥੇ ਇਤਿਹਾਸ ਕਹਿੰਦਾ ਹੈ ਵੀ ਦੇਵੀ ਦੇਵਤੇ ਸੋਹਣੇ ਸੋਹਣੇ ਸ਼ਬਦਾਂ ਨਾਲ ਰੱਬ ਜੀ ਦਾ ਧੰਨਵਾਦ ਕਰ ਰਹੇ। ਇੱਕ ਆਪਾਂ ਇਹ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਲੰਘੀ ਗੁਰਦੁਆਰੇ ਆਉਂਦਿਆਂ, ਜੇ ਅਰਦਾਸ ਨਹੀਂ ਆਉਂਦੀ ਸਿੱਖ, ਹਰ ਸਿੰਘਣੀ ਨੂੰ ਤੇ ਸਿੱਖ ਨੂੰ ਅਰਦਾਸ ਯਾਦ ਚਾਹੀਦੀ ਹੈ। ਚਲੋ ਦੂਜਿਆਂ ਦਾ ਕੋਈ ਨਹੀਂ, ਤੁਸੀਂ ਤਾਂ ਕਰੋ ਜਿਹੜੇ ਰੋਜ਼ ਆਉਂਦੇ, ਆਖੋ ਸਤਿਨਾਮ। ਜਿੱਦਾਂ ਪਿੱਛੇ ਜੇ ਪਤਾ ਨਹੀਂ ਸਮਾਂ ਆਹੋ ਸਿੰਘ ਕਿਸੇ ਨੇ ਬੇਨਤੀ ਕੀਤੀ, ਕਹਿੰਦੇ ਵੀ ਆਪਾਂ ਮਹੀਨੇ ਬਾਅਦ ਸੈਮੀਨਾਰ ਰੱਖੀਏ। ਮੈਂ ਕਿਹਾ ਕਾਹਦਾ? ਕਹਿੰਦੇ ਜਿਹੜੀ ਸੰਗਤ ਪੱਕੀ ਕਥਾ ਸੁਣਦੀ, ਤੇ ਮਹੀਨੇ ਬਾਅਦ ਨਾ ਸਾਰਿਆਂ ਨੂੰ ਆਪਾਂ ਇੱਕ ਦਿਨ ਰੱਖੀਏ, ਸੁਖਮਨੀ ਸਾਹਿਬ ਪੜ੍ਹ ਕੇ, ਤੇ 5-5 ਮਿੰਟ ਦੇਣੇ ਆ ਸਪੀਕਰ ਦੇ ਵਿੱਚ ਸਾਰੀ ਸੰਗਤ ਨੂੰ, ਵੀ ਆਪੋ ਆਪਣੇ ਵਿਚਾਰ ਰੱਖਣੇ ਤੁਸੀਂ ਵੀ, ਤੁਸੀਂ 1 ਮਹੀਨੇ 'ਚ ਕੀ ਸਿੱਖਿਆ ਇੱਥੋਂ। ਉਹ ਇੱਕ ਕਹਿੰਦਾ ਰਹਿਣ ਦਿਓ, ਕਹਿੰਦਾ ਜਿਹੜੇ 4 ਆਉਂਦੇ ਉਹ ਵੀ ਹਟ ਜਾਣੇ। ਉਹ ਮੈਂ ਕਿਹਾ ਚੱਲ ਇੰਨਾ ਹੀ ਦੱਸ ਦੇਣਗੇ ਵੀ ਪਕੌੜੇ ਕਿੱਦਾਂ ਦੇ ਸੀ। ਅਸੀਂ ਇਹੀ ਕਮੀ ਸਾਡੇ ਵਿੱਚ ਆ ਰਹੀ ਹੈ ਵੀ ਅਸੀਂ ਲੰਮੇ ਸਮੇਂ ਤੋਂ ਕਲਾਸਾਂ ਅਟੈਂਡ ਕਰ ਰਹੇ ਹਾਂ, ਪਰ ਅਸੀਂ ਹੋਮਵਰਕ ਨਹੀਂ ਕੀਤਾ। ਬਾਬੇ ਤੇ ਸੁੱਟਿਆ ਸਾਰਾ, ਵੀ ਸਾਰਾ ਕੁਝ ਬਾਬੇ ਤੋਂ, ਬਾਬੇ ਨੇ ਕਰਨਾ। ਨਹੀਂ ਪਿਆਰਿਓ, ਆਪਣ ਹੱਥੀਂ ਆਪਣਾ ਮਹਾਰਾਜ ਕਹਿੰਦੇ ਕੋਸ਼ਿਸ਼ ਕਰਿਆ ਕਰੋ
ਵੀ ਕੁਛ ਨਾ ਕੁਛ ਇਹੋ ਹੀ ਸੁਣਾ ਦਿਆ ਕਰੋ ਤਾਂ ਫਿਰ ਉਹ ਗੱਲ ਹੋਣੀ। ਕਹਿੰਦੇ ਕੋਈ ਲੈਕਚਰ ਸਿੱਖਣ ਲੱਗ ਪਿਆ, ਇਹ ਸਪੀਕਰ ਅੱਗੇ ਬੜਾ ਔਖਾ ਜੀ। ਕਹਿੰਦੇ ਲੈਕਚਰ ਸਿੱਖਣ ਲੱਗ ਪਿਆ, ਕਹਿੰਦਾ ਮੈਂ ਰਾਜਨੀਤੀ 'ਚ ਬਣਨਾ ਕੋਈ ਮੰਤਰੀ, ਅਤੇ ਮੈਨੂੰ ਡਰ ਬੜਾ ਲੱਗਦਾ ਸਪੀਕਰ ਅੱਗੇ ਬੋਲਣ ਤੋਂ, ਲੱਤਾਂ ਕੰਬਣ ਲੱਗ ਪੈਂਦੀਆਂ। ਮੈਨੂੰ ਅੱਜ ਵੀ ਯਾਦ ਹੈ ਮੇਰੀ ਪਹਿਲੀ ਸਪੀਚ ਜਿਹੜੀ ਸੀ ਨਾ 2007 ਦੇ ਵਿੱਚ ਸੀ, ਅਤੇ ਪਹਿਲੀ ਵਾਰੀ ਬੋਲੇ ਅਤੇ ਮੈਨੂੰ ਤਾਂ ਚੱਕਰ ਆ ਗਏ ਸੀ, ਦੰਦਲ ਵੀ ਪੈ ਗਈ, ਡਿੱਗ ਪਏ। ਉਹ ਤਾਂ ਕਵਿਤਾ ਗਾਈ ਅਤੇ ਕੁਝ ਬੋਲਣਾ ਸੀ ਅਤੇ ਪਤਾ ਨਹੀਂ ਇੱਕੇ ਵਾਰੀ ਇੰਨਾ ਕੁ ਡਰ ਗਏ, ਹੁੰਦਾ ਹੀ ਹੈ। ਤਾਂ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ, ਪਹਿਲੀ ਵਾਰ ਮੈਂ ਗੁਰਦੁਆਰਾ ਰਬਾਬਸਰ ਵਿਖੇ ਬੋਲਿਆ ਸੀ, ਪਰਵਾਣਾ ਸਾਹਿਬ, ਜਿੱਥੋਂ ਬਾਬੇ ਦੀ ਰਬਾਬ ਲੈ ਕੇ ਆਇਆ ਸੀ ਨਾ ਮਰਦਾਨਾ। ਅੱਜ ਵੀ ਮੈਨੂੰ ਉਹ ਪਲ ਯਾਦ ਹੈ, ਉਦੋਂ ਪੜ੍ਹਦੇ ਹੁੰਦੇ ਸਾਂ, ਡਰ ਗਏ। ਜਾਂ ਹੁਣ ਸਮਾਂ ਹੁੰਦਾ ਸੀ ਸਕੂਲਾਂ 'ਚ ਪ੍ਰੇਅਰ ਸਮੇਂ ਕਈ ਬੱਚੇ ਬੋਲਦੇ ਆ, ਲੈਕਚਰ ਕਰਨਾ। ਇੱਕ ਕਿਤਾਬਾਂ ਵੀ ਨੇ ਪ੍ਰਚਾਰਕ ਕਿਵੇਂ ਬਣੀਏ, ਮੈਂ ਆਪਣੇ ਆਨੰਦ ਵੱਲ ਜਾਣਾ, ਆਪਣਾ ਸਮਾਂ ਬੜਾ ਕੀਮਤੀ ਹੈ, ਅਜੇ ਵਿਆਹ ਵੇਖਣਾ ਬਾਬੇ ਦਾ, ਫਿਰ ਲੱਡੂ ਪਕੌੜੇ ਖਾਣੇ ਆ, ਆਖੋ ਵਾਹਿਗੁਰੂ। ਉਹ ਕਹਿੰਦਾ ਲੈ ਗਿਆ ਖੱਤਿਆਂ ਦੇ ਵਿੱਚ, ਉੱਥੇ ਗੋਭੀ 2 ਕਿੱਲੇ ਲੱਗੀ ਸੀ, ਅਤੇ ਉਹਨੂੰ ਕਹਿੰਦਾ ਕਾਨਾ ਗੱਡ ਕੇ ਕਹਿੰਦਾ ਵੀ ਆ ਜਿੰਨੇ ਗੋਭੀ ਦੇ ਫੁੱਲ ਆ ਨਾ, ਇਹ ਸਮਝ ਲਾ ਵੀ ਸਾਰੇ ਬੰਦੇ ਬੈਠੇ ਆ, ਇਹ ਸਾਰੇ ਜਾਣੇ ਬੰਦੇ ਆ, ਅਤੇ ਤੂੰ ਬੋਲਣਾ, ਸਪੀਚ ਕਰਨੀ ਹੈ, ਤੂੰ ਮੰਤਰੀ ਬਣਨਾ ਹੈ। ਉਹਨੇ ਬੜੀ ਸੋਹਣੀ ਸਪੀਚ ਕੀਤੀ ਉੱਥੇ, ਬੜਾ ਮੈਟਰ ਤਿਆਰ ਕੀਤਾ। ਅਤੇ ਜਦੋਂ ਰੈਲੀ ਸੀ ਗਾੜੀ 2000 ਬੰਦਾ ਬੈਠਾ, ਅਤੇ ਉਹਨੂੰ ਮੈਕ ਦਿੱਤਾ ਗਿਆ, ਸਤਿ ਸ੍ਰੀ ਅਕਾਲ ਬੁਲਾ ਕੇ ਕਹਿੰਦਾ ਗੋਭੀ ਗੋਭੀ ਹੁੰਦੀ ਅਤੇ ਬੰਦੇ ਬੰਦੇ ਹੀ ਹੁੰਦੇ ਆ। ਉਹ ਕਹਿੰਦੇ ਹੋਇਆ ਕਿ ਉਹ ਕਹਿੰਦਾ ਸੱਚੀ ਇੱਥੇ ਬੜਾ ਔਖਾ ਹੀ, ਮੇਰੇ ਕੋਲ ਨਹੀਂ ਹੋਣਾ, ਉਤਰ ਕੇ ਭੱਜ ਗਿਆ। ਇਸ ਕਰਕੇ ਗੁਰੂ ਪਾਤਸ਼ਾਹ ਦਇਆ ਦੇ ਸਾਗਰੇ, ਵਾਕਈ ਬੜਾ ਔਖਾ ਹੈ। ਗੁਰੂ ਸਾਹਿਬ ਹੱਥ ਰੱਖਣ ਤਾਂ ਹੀ, ਖੁਦ ਨੂੰ ਨਹੀਂ ਪਤਾ ਲੱਗਦਾ ਵੀ ਕੀ ਬੋਲਣ ਦਾ, ਕੀ ਮੂੰਹ 'ਚੋਂ ਨਿਕਲਦੇ ਆ। ਸਮਰੱਥ ਗੁਰੂ ਸਿਰ ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਧੰਨ ਮੇਰੇ ਪਾਤਸ਼ਾਹ ਤਖ਼ਤ 'ਤੇ ਬੈਠੇ ਨੇ, ਦੇਵਤੇ ਫੁੱਲ ਵਰਸਾਉਂਦੇ ਹਨ। ਇਹ ਪਾਵਨ ਪਰਮ ਪੁਰਖ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਸਾਰੇ ਆਖੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਉੱਚੀ ਬੋਲੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰੂ ਤੁਹਾਡੇ ਵਰਗਾ ਕੋਈ ਦੂਜਾ ਨਹੀਂ ਹੈ। ਚੌਪਈ ਹਰ ਆਨੰਦ ਕੇ ਦੇਵਨ ਹੇਤੂ ਪ੍ਰਗਟੇ ਸ਼੍ਰੀ ਬੇਦੀ ਕੁਲ ਕੇਤੂ। ਇਹ ਕਹਿੰਦੇ ਬੇਦੀ ਕੁਲ ਦੇ ਦੀਵੇ, ਐ ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇਵ, ਤੁਸੀਂ ਧਰਤੀ ਨੂੰ ਆਸਰਾ ਦੇਣ ਵਾਲੇ ਹੋ, ਆਖੋ ਵਾਹਿਗੁਰੂ। ਹੁਣ ਧਰਤੀ ਪਾਣੀ 'ਤੇ ਖੜੀ ਹੈ, ਅਤੇ ਕਿਸੇ ਵਕਤ ਗੁਰੂ ਨਾਨਕ ਸਿੱਧਾਂ ਦੇ ਨਾਲ ਚਰਚਾ ਕੀਤੀ। ਸਿੱਧ ਕਹਿੰਦੇ ਬਲਦ ਖੜੋਤਾ ਥੱਲੇ, ਅਤੇ ਮਹਾਰਾਜ ਜੀ ਕਹਿੰਦੇ ਬਲਦ ਦੇ ਥੱਲੇ ਕੀ ਆ, ਬਲਦ ਕਾਹਤੇ ਖੜੋਤਾ, ਕਹਿੰਦੇ ਧਰਤੀ ਹੈ। ਮਹਾਰਾਜ ਜੀ ਕਹਿੰਦੇ ਉਹਦੇ ਥੱਲੇ ਫੇਰ ਬਲਦ ਹੈ। ਅਤੇ ਮਹਾਰਾਜ ਜੀ ਕਹਿੰਦੇ ਗਾਂ ਦੀ ਗਾਂ ਤੁਰੇ ਚਲੋ, ਬਲਦ ਨੂੰ ਖਿਲਾਰ ਨਾ ਕੀਤੇ, ਜੇ ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੇ ਕਵਣ। ਕਹਿੰਦੇ ਭਲਿਓ ਕੋਈ ਬਲਦ ਬੁਲਦ ਨਹੀਂ ਖੜੋਤਾ, ਅਸੀਂ ਦੱਸ ਦਿੰਦੇ ਹਾਂ। ਮਾਰੇ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ। ਕਹਿੰਦੇ ਜੀ ਇਹਦੇ ਕੀ ਅਰਥ ਹੈ। ਮਾਰੇ ਕਹਿੰਦੇ ਜਿੰਨਾ ਚਿਰ ਦੁਨੀਆ 'ਚ ਦਇਆ ਧਰਮ ਅਤੇ ਸੰਤੋਖ ਵਾਲੀਆਂ ਰੂਹਾਂ ਬੈਠੀਆਂ ਨਾ, ਉਹਨਾਂ ਚਿਰ ਧਰਤੀ ਟਿਕੀ ਹੈ। ਜਿਵੇਂ ਜਿਵੇਂ ਦਇਆ ਸੰਤੋਖ ਪਿਆਰ ਘਟਦਾ ਜਾਂਦਾ, ਧਰਤੀ ਗਰਕ ਹੋ ਜਾਣੀ। ਉਹ ਆਪਾਂ ਨੂੰ ਦਿਸਣ ਦਿਆ। ਜਿਵੇਂ ਜਿਵੇਂ ਬਜ਼ੁਰਗ ਤੁਰੇ ਜਾਂਦੇ, ਪਾਠ ਪੂਜਾ ਵਾਲੇ, ਗਾਂ ਬੱਚੇ ਪੋਥੀਆਂ ਗੁਰਦੁਆਰੇ ਚੜ੍ਹਾਈ ਜਾਂਦੇ। ਰੋਜ਼ ਦੀਆਂ 2-3 ਆ ਜਾਂਦੀਆਂ ਜੀ, ਬਾਪੂ ਬੇਬੇ ਚੜ੍ਹਾਈ ਕਰ ਗਏ, ਘਰੇ ਬੇਅਦਬੀ ਹੁੰਦੀ, ਬਾਬਾ ਜੀ ਇੱਥੇ ਰੱਖ ਲਓ। ਮੈਂ ਕਿਹਾ ਬਾਪੂ ਬੇਬੇ ਦਾ ਸੋਨਾ 25 ਤੋਲੇ ਉਹ ਵੀ ਦੇ ਜਾਓ, ਆਖੋ ਵਾਹਿਗੁਰੂ। ਬਾਪੂ ਦੀ 50 ਕਿੱਲੇ 2 ਕਿੱਲੇ ਗੁਰੂ ਦੇ ਨਾਂ ਲਾ ਦਿਓ। ਕਹਿੰਦੇ ਨਾ ਨਾ ਬਾਬਾ ਜੀ ਇਹ ਨਾਂ ਨਹੀਂ ਲੈਣਾ, ਚੰਗੀ ਚੀਜ਼ ਥੋੜ੍ਹਾ ਦੇਣੀ ਹੈ। ਉੱਥੇ ਮੜੀਆਂ 'ਚ ਵੀ ਇੱਦਾਂ ਹੀ ਕਰਦੇ ਹੁੰਦੇ ਆ ਵੀ ਜਿਹੜਾ ਬਿਸਤਰਾ ਗੰਦਾ ਨਾ ਬਾਪੂ ਦੀ ਦਵਾਈ ਖੰਘ ਵਾਲਾ, ਅਤੇ ਜਾਂ ਉਹਦੀ ਚੱਪਲਾਂ ਚੁੱਪਲਾਂ ਦਵਾਈ ਦਵਾਈ ਅਤੇ ਅੱਲੜ ਪੱਲੜ ਇੱਕ ਥਾਂ 'ਤੇ ਰੇੜੂਆ ਲਈ ਫਿਰਨਾ। ਚੰਗਾ ਭਲਾ ਨਵਾਂ ਰੇੜੂਆ ਅਤੇ ਉਹ ਵੀ ਵਿੱਚ ਪਾਉਣ ਲੱਗੇ ਉਹਦੇ 'ਚ ਖਾ ਦੇ। ਅਤੇ ਉਹ ਕਹਿੰਦੇ ਇਹ ਕੀ ਕਰਨਾ, ਕਹਿੰਦੇ ਬਾਪੂ ਦਾ ਇਹ ਵੀ ਅੱਗੇ ਜਾ ਕੇ ਉਹਨੇ ਰੇੜੂਆ ਸੁਣਨਾ ਹੈ। ਇਹ ਪਖੰਡ ਕਰਦੇ ਅਸੀਂ। ਕਥਾ ਦਾ ਮਤਲਬ ਜਾਗਣਾ, ਵੀ ਜਿਹੜੀ ਮਾੜੀ ਚੀਜ਼ ਹੁੰਦੀ ਉਹ ਸਵੇ ਦੇ ਨਾਲ ਹੀ ਪਾ ਦੇਣਗੇ, ਅਤੇ ਜਿਹੜੀ ਉਹਦੀ ਕਮਾਈ ਕੀਤੀ ਉਹਨੂੰ ਜਿੰਦਰਾ ਲਾ ਲੈਣਗੇ। ਉਹ ਫਿਰ ਸਾਰਾ ਕੁਝ ਦੇ ਦਿਆ ਕਰੋ ਨਾ। ਨਹੀਂ ਉਹ ਨਹੀਂ ਦੇਣਾ। ਆਪਣੇ ਨਾਲ ਇੱਦਾਂ ਹੋਣੀ, ਆਪਾਂ ਵੀ ਜਾਣਾ ਹੀ ਹੈ ਸੰਗਤ ਜੀ। ਜਗਤ ਮੈਂ ਝੂਠੀ ਦੇਖੀ
ਤਾਂ ਮਹਾਰਾਜ ਕਹਿੰਦੇ ਕਿਤੇ ਆ ਜਾਇਆ ਕਰ ਸੰਗਤ ਵਿੱਚ, ਕੰਮ ਹੀ ਨਾ ਕਰੀ ਜਾਇਆ ਕਰ, ਮੇਰਾ ਸਰਦਾ ਨਹੀਂ, ਮੇਰੇ ਘਰ ਦਾ ਟਾਈਮ ਨਹੀਂ ਲੱਗਦਾ ਜੀ, ਆਇਆ ਨਹੀਂ ਜਾਂਦਾ। ਕਹਿੰਦੇ ਜਿੱਦਣ ਤੁਰ ਗਿਆ ਉਦਣ ਵੀ ਤਾਂ ਟਾਈਮ ਲੱਗ ਹੀ ਜਾਣਾ ਹੈ। ਤੋ ਇਸ ਕਰਕੇ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧਰਤੀ ਨੂੰ ਆਸਰਾ ਦੇਣ ਵਾਲੇ ਹਨ। ਭਗਤ ਜਗਤ ਮਦ ਵਿਦਤ ਕਰਨ ਕੋ, ਕਲਮਰ ਦੁਸ਼ਟਨ ਦੰਭ ਤਰਨ ਕੋ। ਕਹਿੰਦੇ ਬਾਬਾ ਨਾਨਕ ਜੀ ਨੇ ਦੁਸ਼ਟਾਂ ਨੂੰ, ਪਖੰਡੀਆਂ ਨੂੰ, ਕੁਕਰਮ ਕਰਨ ਵਾਲਿਆਂ ਨੂੰ ਸੁਧਾਰਨ ਵਾਸਤੇ ਦੁਨੀਆ ਤੇ ਆਉਣਾ ਕੀਤਾ। ਪਦ ਮੈਂ ਪਾਵਨ ਪੰਥ ਲਰਨ ਕੋ, ਬ੍ਰਜ ਸਤ ਸੰਗਤ ਜਗਤ ਤਰਨ ਕੋ। ਕਹਿੰਦੇ ਕਲਯੁਗ ਦੇ ਵਿੱਚ ਮਨੁੱਖਾਂ ਨੂੰ ਪਵਿੱਤਰ ਕਰਨ ਵਾਸਤੇ ਸਤ ਸੰਗਤ ਦਾ ਇੱਕ ਜਹਾਜ਼ ਬਣਾਇਆ। ਹੁਣ ਅਮਰੀਕਾ ਕੈਨੇਡਾ ਦੇ ਜਹਾਜ਼ ਨੂੰ ਸਾਰੇ ਤਿਆਰ ਆ। ਇੱਕ ਜਹਾਜ਼ ਹੈ ਜਿਹਨੂੰ ਮਾਰੇ ਕਹਿੰਦੇ ਵਾਹਿਗੁਰੂ ਨਾਮ, ਇਹਦੇ 'ਚ ਵਹਿਣ ਤੋਂ ਡਰ ਲੱਗਦਾ। ਇੱਥੇ ਟਿਕਟ ਵੀ ਨਹੀਂ ਲੱਗਦੀ, ਪਾਸਪੋਰਟ ਵੀ ਨਹੀਂ ਚਾਹੀਦਾ, ਇੰਜੈਕਸ਼ਨ ਵੀ ਨਹੀਂ ਕਰੋਨਾ ਦੇ ਲੱਗਦੀ, ਉੱਦਾਂ ਹੀ ਟਿਕਟਾਂ ਮਿਲਦੀਆਂ। ਪਰ ਇਹ 'ਚ ਬਹਿੰਦੇ ਭਾਗਾਂ ਵਾਲੇ ਹੀ ਹੈ। ਜਹਾਜ਼ ਕਰਮਾਂ ਵਾਲਿਆਂ ਲਈ ਥਾਂ ਮਿਲਦੀ, ਨਹੀਂ ਤੇ ਨਹੀਂ ਬਹਿ ਸਕਦੇ। ਸੋ ਕਹਿੰਦੇ ਹਨ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਸਤ ਸੰਗਤ ਨੂੰ ਤਾਰਨ ਵਾਸਤੇ ਜਹਾਜ਼ ਦੇ ਗਏ ਹਨ। ਪਾਵਨ ਧਿਆਨ ਚਰਨ ਕੋ, ਭਗਤਨ ਦੁਖਾ ਜਨਮ ਮਰਨ ਕੋ। ਕਹਿੰਦੇ ਰੋਂਦੇ ਹੋਏ ਮਨੁੱਖਾਂ ਨੂੰ, ਖਪੇ ਹੋਏ ਮਨੁੱਖਾਂ ਨੂੰ ਸਕੂਨ ਦੇਣ ਵਾਸਤੇ ਗੁਰੂ ਨਾਨਕ ਨੇ ਮਾਰਗ ਚਲਾਇਆ। ਔਰ ਇਹ ਪੱਕੀ ਗੱਲ ਹੈ, ਜੇ ਕਿਤੇ ਬਾਬਾ ਤੇਰੀ ਕਥਾ ਕੀਰਤਨ ਤੇ ਬਾਣੀ ਨਾ ਹੁੰਦੀ ਤੇ ਦੁਨੀਆ ਪਾਗਲ ਹੋ ਜਾਣੀ ਸੀ। ਫਿਰ ਵੀ ਕਿਤੇ ਨਾ ਕਿਤੇ ਬੰਦਾ ਖਪਿਆ ਤਪਿਆ ਜਦੋਂ ਮੋਬਾਈਲ 'ਚ ਸ਼ਬਦ ਸੁਣ ਲਏ ਜਾਂ ਕਿਤੇ ਗੁਰੂ ਘਰ ਆ ਜੇ, ਕਈ ਵੇਖੀਦੇ ਹੈ ਬੜੇ ਪਰੇਸ਼ਾਨ ਰੋਂਦੇ ਆਉਂਦੇ, ਪਰ ਕੁਝ ਸਮਾਂ ਸਕੂਨ ਮਿਲ ਜਾਂਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਇਹ ਦੁਨੀਆ ਨੂੰ ਕਲਪਨ ਤੋਂ, ਰੋਣ ਤੋਂ, ਦੁੱਖਾਂ ਤੋਂ ਬਚਾਉਣ ਲਈ ਇਹ ਸੰਗਤ ਦਾ ਬਖਸ਼ਿਸ਼ ਦਾ ਖਜ਼ਾਨਾ ਦੇਣਾ ਕੀਤਾ। ਦੇਨ ਆਸਰਾ ਏਕ ਸ਼ਰਨ ਕੋ, ਕੁਮਤ ਪੁਚਾਰ ਕੁਕਰਮ ਹਰਨ ਕੋ। ਕਹਿੰਦੇ ਭੈੜੀ ਮੱਤ, ਕੁਕਰਮ ਕਰਨ ਵਾਲੇ, ਮਾੜੇ ਨਸ਼ੇ ਪੱਤੇ ਕਰਨ ਵਾਲੇ ਸਾਰਿਆਂ ਨੂੰ ਮਹਾਰਾਜ ਜੀ ਨੇ ਨਾਮ ਦਾ ਨਸ਼ਾ ਵੰਡਿਆ। ਜਦੋਂ ਬਾਬਰ ਕੋਲ ਗਏ, ਬਾਬਰ ਮਹਾਰਾਜ ਨੂੰ ਕਹਿੰਦਾ ਬਾਬਾ ਪੀਲਾ ਘੁੱਟ। ਮਹਾਰਾਜ ਕਹਿੰਦੇ ਇਹ ਕੀ ਹੈ? ਕਹਿੰਦਾ ਸਰਾਈ ਭਰੀ ਪਈ ਹੈ, ਬੜਾ ਸਰੂਰ ਹੈ। ਬਾਬਾ ਜੀ ਕਹਿੰਦੇ ਕਿੰਨਾ ਕੁ ਚਿਰ ਸਰੂਰ ਆਉਂਦਾ? ਕਹਿੰਦਾ ਸਾਰੀ ਰਾਤ ਝੂਟੇ ਆਉਂਦੇ ਐ। ਤੇ ਬਾਬਾ ਕਹਿੰਦਾ ਦਿਨ, ਕਹਿੰਦੇ ਜਦੋਂ ਦਿਨ ਚੜ੍ਹਦਾ ਫਿਰ ਸਿਰ ਪਾਟਣ ਲੱਗ ਪੈਂਦਾ। ਅੱਜ ਵੀ ਜਿਹੜੇ ਪੀਣ ਵਾਲੇ ਉਹਨਾਂ ਨੂੰ ਜ਼ਿਆਦਾ ਪਤਾ, ਜਾਂ ਜਿਹੜੇ ਪੀਂਦੇ ਰਹੇ ਉਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਕਹਿੰਦਾ ਪੀ ਤੇ ਐਸ਼ ਕਰ, ਅਸੀਂ ਕਹਿੰਦੇ ਸਾਡੇ ਵਾਲੀ ਪੀ ਤੇ ਹੋਸ਼ ਕਰ। ਤੇਰੇ ਵਾਲੀ ਤਾਂ ਸਵੇਰ ਨੂੰ ਪਰੇਸ਼ਾਨ ਕਰਦੀ, ਅੱਖਾਂ ਸੁੱਜ ਜਾਂਦੀਆਂ, ਸਿਰ ਪਾੜਦਾ ਏ। ਪਰ ਜਿਨ੍ਹਾਂ ਨੇ ਨਾਮ ਦੀ ਖੁਮਾਰੀ ਦੀ ਸੁਰਾਈ ਪੀ ਲਈ ਉਹਨਾਂ ਦੇ ਲੋਕ ਸੁਖੀਏ। ਐਸੀ ਕਿਰਪਾ ਮਹਾਰਾਜ ਜੀ ਦੁਨੀਆ ਤੇ ਕਰਦੇ ਹਨ। ਮੇਰ ਸਿਧ ਦਰਪ ਸ਼ਰਨ ਕੋ, ਵਾਹਿਗੁਰੂ ਦੇ ਨਾਂ ਜਾਪ ਰਨ ਕੋ। ਕਹਿੰਦੇ ਜਿੰਨੇ ਵੀ ਪੀਰ ਪੈਗੰਬਰ ਸਿੱਧ ਸਾਧਕ ਦੇਵੀ ਦੇਵਤੇ ਸਾਰੇ ਮਹਾਰਾਜ ਦੀ ਗੋਦੀ 'ਚ ਬਹਿਣ ਨੂੰ ਤਰਸਦੇ ਪਏ ਐ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਸਰੀਰ ਨੂੰ ਦੇਵਤੇ ਵੀ ਤਰਸਦੇ ਆ ਵੀ ਸਾਨੂੰ ਮਿਲ ਜੇ ਤੇ ਅਸੀਂ ਵੀ ਗੁਰੂ ਘਰ ਜਾ ਕੇ ਸੰਗਤ ਵਿੱਚ ਬਹਿ ਸਕੀਏ, ਕਿਉਂਕਿ ਦੇਵਤਿਆਂ ਦਾ ਸਰੀਰ ਨਹੀਂ ਜੀ ਹੁੰਦਾ। ਆਖੋ ਸਤਿਨਾਮ। ਉਹਨਾਂ ਦੀ ਆਤਮਾ ਹੀ ਹੁੰਦੀ ਹੈ ਜਿੱਥੇ ਮਿੱਥੇ ਪ੍ਰਗਟ ਹੋ ਜਾਂਦੀ ਹੈ। ਇਸੇ ਤਰ੍ਹਾਂ ਮੇਰੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਦੇ ਸਾਗਰ ਨੇ ਵਾਹਿਗੁਰੂ ਦੇ ਨਾਮ ਜਪਾਉਣ ਨੂੰ ਇਹ ਧਰਤੀ ਤੇ ਆਉਣਾ ਕੀਤਾ। ਮਾਤਾ ਤ੍ਰਿਵਤਾ ਜੀ ਇਹ ਸੁਪਨਾ ਦੱਸ ਰਹੇ, ਦਿਨ ਚੜੇ। ਕਹਿੰਦੇ ਵੀ ਇਸ ਤਰ੍ਹਾਂ ਦੇਵਤੇ ਬਚਨ ਕਰਦੇ ਸੀ ਉਪਮਾ ਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ ਖੜੇ ਹੋ ਕੇ, ਇਹ ਸਤਿਗੁਰੂ ਤੁਸੀਂ ਧਰਤੀ ਨੂੰ ਸੰਭਾਲਣ ਵਾਲੇ ਹੋ, ਸਤਿਗੁਰੂ ਤੁਸੀਂ ਪਾਪਾਂ ਨੂੰ ਦੂਰ ਕਰਨ ਵਾਲੇ ਹੋ, ਸਤਿਗੁਰੂ ਰੋਂਦਿਆਂ ਨੂੰ ਹਸਾਉਣ ਵਾਲੇ ਹੋ, ਸਤਿਗੁਰੂ ਬੇਪੱਤਿਆਂ ਨੂੰ ਪੱਤ ਦੇਣ ਵਾਲੇ ਹੋ, ਸਤਿਗੁਰੂ ਜਿਨ੍ਹਾਂ ਦੀ ਛੱਤ ਕੋਈ ਨਹੀਂ ਉਹਨਾਂ ਨੂੰ ਛੱਤ ਦੇਣ ਵਾਲੇ ਹੋ, ਜਿਨ੍ਹਾਂ ਕੋ ਦੁੱਧ ਪੁੱਤ ਮਾਇਆ ਧਾਇਆ ਇਹ ਵਸਤੂਆਂ ਤੁਹਾਡੇ ਚਰਨਾਂ ਵਿੱਚ ਵਸਦੀਆਂ ਹਨ। ਤੇ ਮਾਤਾ ਜੀ ਕਹਿੰਦੇ ਜਿੱਦਾਂ ਜਿੱਦਾਂ ਆਏ ਸੀ ਮਹਾਰਾਜ ਦੇ ਉੱਤੇ ਫੁੱਲ ਸੁੱਟ ਕੇ, ਅਤਰ ਪਾ ਕੇ, ਸੋਹਣੀਆਂ ਸੁਗੰਧੀਆਂ ਪਾ ਕੇ ਫਿਰ ਆਪਣੇ ਦੇਸ਼ ਨੂੰ ਵਾਪਸ ਚਲੇ ਗਏ ਹਨ। ਅਚਰਜ ਪਈ ਹੇਰ ਕਰ ਮਾਤਾ ਜਾਨੀ ਪਰੇ ਨ ਗਤ ਨਿਜ ਤਾਤਾ। ਕਹਿੰਦੇ ਮਾਤਾ ਜੀ ਆਪਣੇ ਸੁਪਨੇ ਨੂੰ ਨਾਲੇ ਚੇਤੇ ਕਰਦੇ ਨਾਲੇ ਹੈਰਾਨ ਹੋਈ ਜਾਂਦੇ ਹਾਂ। ਕਈ ਵਾਰੀ ਸੁਪਨਾ ਬੜਾ ਸੋਹਣਾ ਹੁੰਦਾ,
ਕਿਤੇ ਕਿਤੇ ਆ ਜਾਂਦਾ, ਜ਼ਿਆਦਾ ਤਾਂ ਡਰਾਉਣੇ ਹੀ ਆਉਂਦੇ। ਕਈ ਵਾਰੀ ਸੁਪਨੇ 'ਚ ਬੰਦਾ ਰੋਂਦਾ ਹੁੰਦਾ ਅਤੇ ਜਦੋਂ ਉੱਠਦਾ ਤਾਂ ਅੱਖਾਂ ਗਿੱਲੀਆਂ ਹੁੰਦੀਆਂ ਜੀ। ਕਈ ਵਾਰੀ ਸੁਪਨਾ ਬੜਾ ਸੋਹਣਾ ਹੁੰਦਾ, ਜਦੋਂ ਜਾਗ ਖੁੱਲ੍ਹਦੀ ਅਤੇ ਮਨ ਪਰੇਸ਼ਾਨ ਹੁੰਦਾ ਵੀ ਕਿਤੇ 2-4 ਮਿੰਟ ਹੋਰ ਸੌਂ ਲੈਂਦੇ। ਸੁਪਨੇ ਨਾਲ ਪਿਆਰ ਪੈ ਜਾਂਦਾ ਨਾ, ਆ ਵੀ ਸੁਪਨਾ ਹੀ ਹੈ। ਇਹ ਖੁੱਲ੍ਹੀ ਅੱਖ ਦਾ ਏ ਅਤੇ ਇੱਕ ਬੰਦ ਅੱਖ ਦਾ ਏ। ਜਿਹੜਾ ਬੰਦ ਅੱਖ ਦਾ ਸੁਪਨਾ ਉਦੋਂ ਟੁੱਟਦਾ ਜਦੋਂ ਅੱਖਾਂ ਬੋਲਦੇ ਨਹੀਂ, ਤੁਹਾਡਾ ਧਿਆਨ ਪਾਸੇ ਹੋ ਜਾਂਦਾ ਜਦੋਂ ਅੱਖਾਂ। ਅਤੇ ਆਹ ਸੁਪਨਾ ਉਦੋਂ ਟੁੱਟਣਾ ਜਿੱਦਣ ਆਪਣੀਆਂ ਅੱਖਾਂ ਫਿਰ ਕਹਿਣਗੇ ਵੇ ਅੱਖਾਂ ਖੋਲ, ਉੱਠ ਵੇ ਬੋਲ। ਕਹਿੰਦੇ ਥੋੜ੍ਹਾ ਬੋਲਿਆ, ਹੁਣ ਕਿੱਥੋਂ ਉੱਠ ਕੇ ਬਹਿ ਜੇ, ਥੋੜ੍ਹਾ ਗੱਲਾਂ ਕਰਦਾ ਰਿਹਾ। ਕਬੀਰ ਸੋਵਣ ਹੋਏ ਗੋ, ਇੱਕ ਦਿਨ ਸੌ ਜਾਣਾ ਲਾਂਬੇ ਗੋੜ ਪਸਾਰ। ਤੋ ਇਸ ਕਰਕੇ ਮਹਾਰਾਜ ਦੇ ਮਾਤਾ ਜੀ ਨੇ ਇਹ ਸਾਰਾ ਕੌਤਕ ਵੇਖਿਆ ਅਤੇ ਬੜਾ ਹੀ ਰਸ ਆਇਆ, ਪਰ ਹੈਰਾਨ ਵੀ ਹੋ ਰਹੇ ਹਨ। ਇਹਦੇ ਫਿਰ ਮਾਤਾ ਜੀ ਨੇ ਕੀ ਕੀਤਾ, ਉਸੇ ਵੇਲੇ ਗੁਰੂ ਨਾਨਕ ਸਾਹਿਬ ਦੇ ਅੰਗ ਵੇਖਣ ਲੱਗੀ ਮਹਾਰਾਜ ਦੇ, ਕਿਉਂਕਿ ਉਹਨੇ ਸਾਰੀ ਖੇਡ ਸੁਪਨੇ 'ਚ ਵੇਖੀ ਸੀ। ਅਤੇ ਜਦੋਂ ਮੇਰੇ ਹਜ਼ੂਰ ਪਾਤਸ਼ਾਹ ਉੱਠੇ ਅਤੇ ਕਹਿਣ ਲੱਗੇ ਨਾਨਕ ਪਿਆਰੇ ਇੱਕ ਵਾਰੀ ਮੇਰੇ ਕੋਲ ਆਇਓ। ਮਹਾਰਾਜ ਜੀ ਭੱਜ ਕੇ ਜਾ ਕੇ ਗਲ ਵੱਕੜੀ ਪਾਈ। ਹੁਣ ਜਿਹਨੇ ਸੁਪਨੇ 'ਚ ਇੰਨਾ ਆਨੰਦ ਵੇਖਿਆ ਹੋਵੇ ਉਹਨੂੰ ਤਾਂ ਵੈਸੇ ਹੀ ਝੂਟੇ ਆਈ ਜਾਂਦੇ, ਆਖੋ ਸਤਿਨਾਮ। ਕਈ ਵਾਰੀ ਸੁਪਨਾ ਇੰਨਾ ਪਿਆਰਾ ਆਉਂਦਾ ਬੰਦੇ ਨੂੰ ਉੱਠ ਕੇ ਵੀ ਆਨੰਦ ਆਉਂਦਾ। ਕਈ ਵਾਰੀ ਸੁਪਨਾ ਇੰਨਾ ਡਰਾਉਣਾ ਆਉਂਦਾ ਕਿ ਬੰਦੇ ਦਾ ਉੱਠ ਕੇ ਵੀ ਘੰਟਾ ਡੇਢ ਸਰੀਰ ਵੱਸ 'ਚ ਨਹੀਂ ਆਉਂਦਾ, ਕੰਬੀ ਜਾਂਦਾ। ਇਹ ਕਸ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਮੂਰਤ ਵੇਖਣ ਲੱਗ ਪਏ। ਜਦੋਂ ਆਹ ਘਟਨਾ ਵੇਖੀ ਤੇ ਮਾਤਾ ਤ੍ਰਿਵਤਾ ਦਾ ਸਰੀਰ ਥੱਲਿਓਂ ਪੈਰਾਂ ਦੇ ਜ਼ਮੀਨ ਖਿਸਕ ਗਈ। ਕੀ ਵੇਖਿਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਤੇ ਉਹ ਜਿਹੜਾ ਕੇਸਰ ਦੇਵਤੇ ਛਿੜਕ ਰਹੇ ਸੀ ਨਾ ਸੁਪਨੇ ਦੇ ਵਿੱਚ, ਪ੍ਰਤੱਖ ਤੌਰ 'ਤੇ ਗੁਰੂ ਨਾਨਕ ਸਾਹਿਬ ਦੇ ਦੋਵੇਂ ਚਰਨਾਂ ਦੇ ਉੱਤੇ ਉਹ ਕੇਸਰ ਦੇ ਦਾਗ ਲੱਗੇ। ਅਤੇ ਮਾਤਾ ਨੇ ਫਿਰ ਨੇੜੇ ਹੋ ਕੇ ਆਪਣੇ ਨੱਖ ਦੇ ਨਾਲ ਉਹਨੂੰ ਸੁੰਘਣਾ ਕੀਤਾ ਅਤੇ ਜਦੋਂ ਉਹਨੂੰ ਸਪਰਸ਼ ਹੋ ਕੇ ਨੇੜੇ ਉਹਦੀ ਮਹਿਕ ਨੂੰ ਚੱਖਿਆ, ਮਾਤਾ ਜੀ ਦੇ ਅੰਦਰ ਦੀ ਖੇਡ ਹੋਰ ਬਦਲ ਗਈ ਵੀ ਇਹ ਕੀ ਕੌਤਕ ਹੈ, ਜੋ ਸੁਪਨੇ 'ਚ ਵੇਖਿਆ ਤਾਂ ਪ੍ਰਤੱਖ ਵਰਤ ਗਿਆ। ਇਹਦੇ ਮਾਤਾ ਜੀ ਦਾ ਚੈਨ ਗਵਾਚ ਗਿਆ ਅਤੇ ਕਈ ਵਾਰ ਸੋਚਾਂ 'ਚ ਪੈ ਗਏ ਵੀ ਇਹ ਕੀ ਹੈ, ਇਹ ਸੁਪਨਾ ਤਾਂ ਮੈਨੂੰ ਆਇਆ ਸੀ, ਇਹ ਤਾਂ ਸੱਚ ਹੋ ਰਿਹਾ ਹੈ। ਕਹਿੰਦੇ ਮਾਤਾ ਜੀ ਬੜੇ ਹੈਰਾਨ ਹੋ ਗਏ ਅਤੇ ਅੰਦਰ ਵਿੱਚ ਸਮਝ ਨਹੀਂ ਆ ਰਹੀ ਮੈਂ ਕਿਹਦੇ ਨਾਲ ਗੱਲ ਸਾਂਝੀ ਕਰਾਂ, ਕੌਣ ਹੈ ਮੇਰਾ ਆਪਣਾ। ਕਈ ਵਾਰੀ ਬੰਦਾ ਕੁਝ ਕਿਸੇ ਨਾਲ ਸਾਂਝਾ ਕਰਨਾ ਚਾਹੁੰਦਾ ਪਰ ਕਰ ਨਹੀਂ ਸਕਦਾ। ਕਈ ਗੱਲਾਂ ਸੋਚਣੀਆਂ ਪੈਂਦੀਆਂ ਵੀ ਪਤਾ ਨਹੀਂ ਇਹਨੇ ਗਲਤ ਸਮਝ ਲੈਣਾ ਕਿ ਸਹੀ ਸਮਝ ਲੈਣਾ। ਆਪਣੀ ਵੱਲੋਂ ਤਾਂ ਆਪਾਂ ਚਾਹੁੰਦੇ ਹਾਂ ਵੀ ਕਿਸੇ ਨੂੰ ਦੁੱਖ ਦੱਸੀਏ, ਕਿਸੇ ਨਾਲ ਪਿਆਰ ਦੇ ਨਾਲ ਵੰਡੀਏ, ਪਰ ਅਗਲੇ ਦਾ ਕੀ ਪਤਾ ਵੀ ਤੇਰਾ ਦੁੱਖ ਵੰਡਾਉਣ ਦੇ ਬਾਰੇ ਕਿਤੇ ਜ਼ਿਆਦਾ ਨਾ ਕਰ ਦਿੰਦਾ ਹੋਵੇ, ਆਖੋ ਸਤਿਨਾਮ। ਉਹ ਜਿੱਥੇ ਅੱਗੇ ਸੁਖਣਾ ਸੌਂਦਾ ਉੱਥੇ ਹੋਰ ਮੁਸੀਬਤ ਪਾ ਕੇ ਬਹਿ ਜੇ ਗਲ। ਦੁੱਖ ਵੰਡਾਉਂਦਾ ਵੰਡਾਉਂਦਾ ਕਿਤੇ ਆਪ ਨਾ ਦੁਖੀ ਹੋ ਜਾਏ। ਦੁੱਖ ਇੱਕੋ ਹੀ ਵੰਡਾ ਸਕਦਾ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਕਹਿੰਦੇ ਮਾਤਾ ਜੀ ਦੀ ਸਮਾਧੀ ਲਾਗੀ, ਅੱਖਾਂ 'ਚ ਜਲ ਵਹਿ ਰਿਹਾ ਹੈ ਅਤੇ ਯਾਦ ਆ ਗਿਆ ਕਿ ਮੈਂ ਤਾਂ ਦਬਕੇ ਮਾਰੇ ਸੀ ਆਪਣੇ ਬਾਲ ਨੂੰ ਵੀ ਤੂੰ ਭਾਂਡੇ ਗਵਾਉਣਾ, ਕੱਪੜੇ ਸੁੱਟ ਆਉਣਾ, ਗਹਿਣੇ ਬਾਹਰ ਦੇ ਆਉਣਾ। ਜੇ ਅੱਜ ਤੋਂ ਬਾਅਦ ਕੋਈ ਭਾਂਡਾ ਗਵਾਇਆ ਤਾਂ ਹਿਸਾਬ ਲਾ ਲਈ, ਇਹ ਤਾਂ ਰੱਬ ਹੈ, ਇਹ ਤਾਂ ਖੁਦਾ ਹੈ ਅਤੇ ਮੈਂ ਖੁਦਾ ਨੂੰ ਹੀ ਦਬਕੇ ਮਾਰੀ ਗਏ। ਕਈ ਵਾਰੀ ਬੰਦੇ ਨੂੰ ਇੱਦਾਂ ਦੀਆਂ ਰੂਹਾਂ ਮਿਲਦੀਆਂ, ਜਦੋਂ ਮਿਲੀਆਂ ਹੁੰਦੀਆਂ ਉਹਨਾਂ ਦੀ ਕਦਰ ਨਹੀਂ ਹੁੰਦੀ। ਜਦੋਂ ਉਹ ਚੱਲ ਜਾਂਦੀਆਂ ਵਕਤ ਪਾ ਕੇ ਅਕਲ ਆਉਂਦੀ, ਉਨੇ ਚਿਰ ਨੂੰ ਸਮਾਂ ਨਿਕਲ ਜਾਂਦਾ। ਬਾਅਦ 'ਚ ਜੇ ਨਹੀਂ ਹੱਥ ਆਉਂਦੀ, ਫੜ ਫੜ ਰਹੀ ਘਸੀਟ ਸਮੇਂ, ਖਸਕਾਈ ਕੰਨੀ ਰਹੀ ਵਾਸਤੇ ਘੱਤ ਸਮੇਂ ਨੇ। ਇਹ ਨਹੀਂ ਗਿਆ ਮੁੜਦਾ ਜੇ ਸਾਧ ਸੰਗਤ ਨੂੰ ਸੰਭਾਲਣਾ ਕਰੋ। ਕਹਿੰਦੇ ਮਾਤਾ ਜੀ ਵਿਰਾਗ ਕਰ ਰਹੇ ਨੇ ਕਿ ਜਿਹਨੂੰ ਉਹ ਮਹਾਂਪੁਰਖ ਦੇਵੀ ਦੇਵਤੇ ਮਾਤ ਲੋਕ ਦੇ ਉੱਤੇ ਉਸ ਸਵਰਗ ਲੋਕ ਤੋਂ ਉਤਰ ਕੇ ਦਰਸ਼ਨ ਕਰਨ ਆਏ, ਮੇਰੇ ਤੇ ਘਰ ਦੇ ਵਿੱਚ ਹੈ। ਜਿੱਦਾਂ ਸਾਧ ਸੰਗਤ ਲੋਕੀ 68 ਤੀਰਥਾਂ ਨੂੰ ਤਰਸਦੇ ਹੈ ਅਤੇ ਬਾਬੇ ਗੁਰੂ ਅਰਜਨ ਸਾਹਿਬ ਨੇ ਆਪਣੀ ਬੌਲੀ 'ਚ 68 ਤੀਰਥ ਬਖਸ਼ਿਸ਼ ਕੀਤੇ, ਜੇ ਕਹਿ ਦਿਓ ਸਤਿਨਾਮ। ਮਹਾਰਾਜ ਸਾਹਿਬ ਨੇ ਆਖਿਆ ਸੀ 68 ਪੌੜੀਆਂ ਬੌਲੀ ਦੀਆਂ ਬਣਾਇਓ, ਅਤੇ ਕਿਸੇ ਨੇ ਆਖਿਆ ਮਹਾਰਾਜ ਗੋਇੰਦਵਾਲ ਸਾਹਿਬ 84 ਆ,
ਹਜੂਰ ਪਾਤਸ਼ਾਹ ਕਹਿੰਦੇ ਤੀਜੇ ਜਾਮੇ 'ਚ 84 ਕੱਟੀ ਹੈ। ਇਹ ਧਰਤੀ ਨੂੰ 62 ਤੀਰਥ 68 ਤੀਰਥ ਤਾਂ ਦਿੱਤੇ ਹੈ, ਇੱਥੇ 8 ਗੁਰੂ ਸਾਹਿਬ ਨੇ ਚਰਨ ਪਾਏ, 72 ਬ੍ਰਹਮ ਗਿਆਨੀ ਹੋਏ ਤੇ 4 ਮੰਜੀਦਾਰ। ਇਹ ਧਰਤੀ ਇੰਨੀ ਪਵਿੱਤਰ ਹੈ ਜਿੱਥੇ ਬੈਠੇ ਆਪਾਂ। ਮਹਾਰਾਜ ਦੇ ਬਚਨ ਹੋਏ ਸੀ, ਕਹਿੰਦੇ ਜਿਹੜਾ ਇਸ ਬੌਲੀ ਦੇ ਵਿੱਚ ਇਸ਼ਨਾਨ ਕਰੇਗਾ ਉਹਦੇ 68 ਤੀਰਥਾਂ ਦੇ ਇਸ਼ਨਾਨ ਹੋ ਜਾਇਆ ਕਰਨਗੇ। ਇਸ ਕਰਕੇ ਭਾਵਨਾ ਵਾਲੇ ਅੱਜ ਵੀ ਵੇਖੇ ਨੇ ਜਿਨ੍ਹਾਂ ਦੇ ਸਰੀਰ ਤੇ ਚਮੜੀ ਦੇ ਰੋਗ ਨੇ, ਕੋਈ ਪ੍ਰੋਬਲਮਾਂ ਨੇ ਜਿਹੜੀਆਂ ਦਵਾਈ ਦੇ ਨਾਲ ਨਹੀਂ ਸੈੱਟ ਹੁੰਦੀਆਂ, ਭਾਵਨਾ ਦੇ ਨਾਲ 5-5 ਇਸ਼ਨਾਨ ਕੀਤੇ ਅੱਜ ਵੀ ਸਹੀ ਹੋਏ। ਤਰਕ ਨਹੀਂ ਕਰੀਦੀ ਹੁੰਦੀ, ਤਰਕ ਹੋ ਜੇ ਤੇ ਕਈ ਵਾਰੀ ਸ਼ੱਕ ਪੈਣ ਲੱਗ ਪੈਂਦਾ ਵੀ ਮੇਰੀ ਮਾਂ ਕਿਤੇ ਮੇਰੀ ਸਕੀ ਮਾਂ ਨੇ ਗੋਤ ਨਹੀਂ ਲਿਆ ਮੈਨੂੰ, ਇਹ ਪਿਓ ਮੇਰਾ ਸਕਾ ਵਾ ਕਿ ਕਿਤੇ ਮਤਰੇਆ ਤਾਂ ਨਹੀਂ ਹੈ। ਸ਼ੱਕ ਇੰਨੀ ਭੈੜੀ ਚੀਜ਼ ਹੁੰਦੀ, ਤਰਕ ਮਾੜੀ। ਕਦੇ ਵੀ ਆਪਣੇ ਗੁਰੂ ਬਾਬੇ ਦੇ ਉੱਤੇ ਸ਼ੱਕ ਨਾ ਕਰਿਓ ਜੇ, ਸ਼ੱਕ ਰਿਸ਼ਤਾ ਤੋੜ ਦਿੰਦਾ ਹਮੇਸ਼ਾ ਹੀ। ਵਿਸ਼ਵਾਸ ਰਿਸ਼ਤਾ ਜੋੜਦਾ ਹੁੰਦਾ, ਜਦੋਂ ਕਿਸੇ ਦੇ ਵਿਸ਼ਵਾਸ ਉੱਠ ਜੇ ਉੱਥੇ ਕੁਛ ਨਹੀਂ ਰਹਿ ਜਾਂਦਾ। ਇਸ ਕਰਕੇ ਮਹਾਰਾਜ 'ਤੇ ਵਿਸ਼ਵਾਸ ਰੱਖਣਾ। ਦਿਲ ਤਾਂ ਕਰਦਾ ਹੈ ਗੁਰੂ ਮਹਾਰਾਜ ਦਾ ਪ੍ਰਸੰਗ ਸੰਪੂਰਨ ਹੋਣ ਨੂੰ ਟਾਈਮ ਲੱਗਣਾ ਹੈ ਤੇ ਮਿੰਟ ਆਪਣੇ ਕੋਲ 12-13 ਰਹਿ ਗਏ। ਤੇ ਆਪਾਂ ਹੁਣ ਚੱਲੀਏ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿਆਹ ਵੱਲ ਨੂੰ। ਵੀ ਕਿਸੇ ਨੇ ਸ਼ਰਧਾ ਰੱਖੀ ਤੇ ਉਹਦੇ ਦਰਸ਼ਨ ਆਪਾਂ ਕਰਨੇ ਆ। ਜਦੋਂ ਨਕੋਦਰ ਜਾਓਗੇ ਨਾ, ਨਕੋਦਰ ਸ਼ਹਿਰ ਦੇ ਵਿੱਚ ਇੱਕ ਬੜੀ ਪਾਕ ਪਵਿੱਤਰ ਜਗ੍ਹਾ ਹੈ। ਕਿਹੜੀ ਜਗ੍ਹਾ ਹੈ? ਹਾਂਜੀ ਹਾਂਜੀ, ਮੈਂ ਕਿਤੇ ਹੋਰ ਨਾ ਕਹਿ ਦਿਓ ਕੁਛ। ਕਈ ਵਾਰ ਚਲੋ ਸਾਰੇ ਸਤਿਕਾਰਯੋਗ, ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਦੇ, ਪਰ ਮੈਂ ਕਹਿੰਦਾ ਵੀ ਗੁਰੂ ਅਰਜਨ ਸਾਹਿਬ ਰੱਬ ਸੀ। ਅੱਜ ਸਾਰੇ ਬੱਚਿਆਂ ਨੂੰ ਇਹ ਗੱਲ ਪਤਾ ਹੈ, ਧਿਆਨ ਦਿਓ ਜੀ, ਵੀ ਨਕੋਦਰ ਦੇ ਵਿੱਚ 2 ਜਗ੍ਹਾ ਬੜੀਆਂ ਮਹਾਨ ਇਸ ਵੇਲੇ ਵਰਲਡ ਦੇ ਵਿੱਚ ਉਹਨਾਂ ਦਾ ਨਾਂ ਹੈ। ਆਪਣਾ ਵਿਸ਼ਾ ਨਹੀਂ, ਸਤਿਕਾਰਯੋਗ ਸਾਰੇ ਜਿਹਦੀ ਜਿੱਥੇ ਲੱਗੀ ਰਵੇ। ਕਿਸੇ ਦਾ ਪਿਆਰ ਬਣਿਆ, ਆਪਾਂ ਕਾਹਤੋਂ ਕਹਿਣਾ, ਆਪਾਂ ਆਪਣੀ ਗੱਲ ਕਰਨੀ। ਪਰ ਹੋ ਸਕਦਾ ਵੀ ਅੱਜ ਸਿੱਖਾਂ ਦੇ ਬੱਚਿਆਂ ਨੂੰ ਵੀ ਉਹਨਾਂ ਦੇ ਬਾਬਤ ਪਤਾ ਹੈ ਜਿਸ ਜਗ੍ਹਾ ਦੇ ਉੱਤੇ ਬੜੇ ਬੜੇ ਸਿੰਗਰ ਆ ਕੇ ਲੱਖਾਂਪਤੀ ਬਣ ਗਏ। ਉੱਥੇ ਸਾਡੇ ਸਰਦਾਰ ਵੀ ਜਾਂਦੇ ਨੇ। ਗੱਲਾਂ ਨਾ ਕਰੋ ਪਿਆਰਿਓ, ਆਖੋ ਸਤਨਾਮ। ਉੱਥੇ ਸਾਡੇ ਸਿੱਖ ਭਰਾ ਵੀ ਜਾਂਦੇ ਨੇ ਤੋੜਾ ਭਰ ਕੇ ਪੈਸਿਆਂ ਦਾ, ਤੇ ਤੋੜਾ ਭਰ ਕੇ ਸੁੱਟਦੇ ਕਿੱਥੇ ਆ? ਜਦੋਂ ਕੋਈ ਗੀਤ ਗਾਉਂਦਾ ਏ, ਇੱਥੇ ਆਉਣਾ ਹੋਵੇ ਤੇ ਕਹਿਣਗੇ ਟੁੱਟੇ ਪੈਸੇ ਹੈਗੇ। ਮੈਂ ਕਿਹਾ ਕੀ ਕਰਨੇ? ਮੱਥਾ ਟੇਕਣਾ। ਤੇ ਜਿਨ੍ਹਾਂ ਨਾਲ ਮੇਰਾ ਪਿਆਰ ਉਹਨਾਂ ਨੂੰ ਮੈਂ ਕਹਿ ਵੀ ਦਿੰਦਾ ਹੁੰਦਾ ਵੀ 10 ਰੁਪਏ ਰੋਜ਼ ਟੇਕੀਏ ਤੇ ਮਹੀਨੇ ਦੇ ਕਿੰਨੇ ਬਣਦੇ ਆ? 300 ਹੀ ਬਣਦਾ। ਆ ਡਾਕਟਰ ਕੋ ਦਵਾਈ ਲੈਣ ਚੱਲ ਜੋ 500 ਲੈ ਲੈਂਦਾ ਇੱਕੇ ਵੇਲੇ। ਤਰਲੇ ਜੇ ਨਾ ਮਾਰਿਆ ਕਰੋ, ਚੜ੍ਹਦੀ ਕਲਾ 'ਚ ਰਿਹਾ ਕਰੋ, ਆਖੋ ਸਤਨਾਮ। ਤਰਲੇ ਨਹੀਂ ਮਾਰੀ ਦੀ ਹੁੰਦੇ। ਸਾਧ ਸੰਗਤ ਪੈਟਰੋਲ ਕਿੱਥੋਂ ਕਿੱਥੇ ਚਲੇ ਗਿਆ ਤੇ ਪਾਉਣ ਹੀ ਦੇ ਆ, ਪਰ ਬਾਕੀ ਸਾਰੀਆਂ ਚੀਜ਼ਾਂ ਡਬਲ ਹੋ ਗਈਆਂ। ਤੇ ਬਾਬਿਆਂ ਦੀ ਵਾਰੀ ਜਦੋਂ ਆਉਂਦੀ ਉੱਥੇ ਹੀ ਰੁਕੀ ਆ। ਹਾਂਜੀ, ਘਟਾ ਦਿੱਤਾ ਪਹਿਰਾ। ਸਗੋਂ ਅੱਗੇ ਸਹਿਜ ਪਾਠ, ਅਖੰਡ ਪਾਠ ਹੁੰਦੇ, ਕੀਰਤਨ ਕਥਾ। ਹੁਣ ਕਹਿੰਦੇ ਨਹੀਂ ਆਪਾਂ ਨਾ ਸੁਖਮਨੀ ਸਾਹਿਬ ਹੀ ਕਰਾ ਦਈਏ, ਨਾਲੇ ਬਿਮਾਰੀ ਚੱਲਦੀ। ਮੈਂ ਕਿਹਾ ਸੌਖਾ 500 ਰੁਪਏ 'ਚ ਸਰਦਾ, ਕਿੱਥੇ 50,000 ਲੱਗਣਾ? ਆਖੋ ਸਤਨਾਮ। ਵੀ ਆਪਾਂ 10,000 ਅਖੰਡ ਪਾਠ ਸਾਹਿਬ ਦੀ ਸੇਵਾ, 5 ਭਾਈ 5100 ਚੰਗਾ ਰਾਗੀ ਸਿੰਘ ਲਊਗਾ, ਫਿਰ ਲੰਗਰ ਪਾਣੀ ਪੱਕੂਗਾ 40,000 ਦਾ, 50,000 ਤੇ ਕਿੱਥੇ 500 'ਚ ਸਰਦਾ? ਵੀ 7-8 ਜਾਣੇ ਆ ਜਾਣਗੇ ਤੇ ਫੋਟੋ ਅੱਗੇ ਲਾ ਕੇ ਤੇ ਆਪਾਂ 500 'ਚ ਸਾਰ ਲੈਣਾ। ਵਧੀਆ ਗੱਲ ਹੈ ਨਾ। ਤੇ ਮਹਾਰਾਜ ਕਹਿੰਦੇ ਵੇਖ ਹੋਏ ਬੰਦਿਆ ਜਾਗ, ਤੂੰ ਇੰਨੀ ਕਮਾਈ ਕੀਤੀ, 50 ਲੱਖ 60 ਲੱਖ ਕਮਾਇਆ, ਇਹਨਾਂ ਨੇ ਤੇ ਤੇਰਾ ਅਖੰਡ ਪਾਠ ਵੀ ਨਹੀਂ ਕਰਾਇਆ। 500 ਦੇ ਸੁਖਮਨੀ ਸਾਹਿਬ ਜੀ ਸਾਰਤਾ ਹੀ ਇਹਨਾਂ ਨੇ। ਅਜੇ ਕਹਿੰਦਾ ਸੀ ਮੈਂ ਕਮਾਈ ਕਰਦਾ, ਮੇਰੇ ਕੋਲ ਟਾਈਮ ਨਹੀਂ ਮੱਥਾ ਟੇਕਣ ਦਾ। ਤਾਂ ਮਹਾਰਾਜ ਦੇ ਬਚਨ ਸੱਚੇ ਹੋ ਜਾਂਦੇ। ਇਸ ਕਰਕੇ ਮਹਾਰਾਜ ਕਹਿੰਦੇ ਸੇਵਾ ਸਿਮਰਨ ਕਰਿਆ ਕਰੋ। ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਆਪਾਂ ਕਰਨੇ ਆ, ਗੁਰਦੁਆਰਾ ਮਾਲੜੀ ਸਾਹਿਬ। ਮੈਂ ਉਸ ਮਹਾਂਪੁਰਖ ਨੂੰ ਕੋਟ-ਕੋਟ ਪ੍ਰਣਾਮ ਕਰਦਾ। ਮੈਨੂੰ ਇੱਕ ਵਾਰੀ ਮੌਕਾ ਮਿਲਿਆ ਉੱਥੇ ਕਥਾ ਕਰਨ ਦਾ, ਤਾਂ ਗੁਰੂ ਪਾਤਸ਼ਾਹ ਬੜਾ ਬਖਸ਼ਿਸ਼ ਭਰਿਆ, ਕਿਉਂਕਿ ਰੱਬ ਨੇ ਗੁਰੂ ਅਰਜਨ ਸਾਹਿਬ ਤੇ ਗੁਰਬਾਣੀ ਦੇ ਅਕੋਰਡਿੰਗ ਭਗਤ ਜੀ ਭੱਟ ਜੀ ਕਹਿੰਦੇ ਨੇ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਰੱਬ ਗੁਰੂ ਅਰਜਨ ਸਾਹਿਬ, ਰੱਬ ਦੇ ਵਿੱਚ ਤੇ ਗੁਰੂ 'ਚ ਫਰਕ ਕੋਈ ਨਹੀਂ, ਕਿਉਂਕਿ ਰੱਬ ਹੀ ਰੁੱਖ ਪੁੱਟ ਸਕਦਾ ਨੇਜਾ ਮਾਰ ਕੇ। ਟਰੈਕਟਰਾਂ ਤੋਂ ਰੁੱਖ ਨਹੀਂ ਪੁੱਟੇ ਜਾਂਦੇ, ਜ਼ਿਮੀਂਦਾਰ ਬੈਠੇ। ਆਪਾਂ ਦਰਸ਼ਨ ਕਰਨੇ ਹੈ। ਆਓ ਚੱਲੀਏ ਉਸ ਪਾਵਨ ਪਵਿੱਤਰ ਧਰਤੀ ਨੂੰ ਜਿਹਨੂੰ ਗੁਰੂ ਨੇ ਵਰਸਾਇਆ। ਰਾਮਦਾਸ ਸਰੋਵਰ ਨਹਾਤੇ, ਸਤਿਗੁਰੂ ਮਹਾਰਾਜ ਕਿਰਪਾ ਕਰਨ। ਰੱਬ ਕਿਸੇ ਵਾਸਤੇ ਨੰਗੇ ਪੈਰੀਂ ਆਉਂਦਾ ਹੈ ਤੇ ਬਾਬਾ ਮੱਲ ਜੀ ਹੈ। ਰੱਬ ਜੋੜਾ ਨਾ ਪਾਵੇ ਕਿਸੇ ਵਾਸਤੇ, ਇੰਨਾ ਪਿਆਰ। ਤੇ ਅੱਜ ਉਸ ਜਗ੍ਹਾ ਦਾ ਕਿਸੇ ਬੱਚੇ ਨੂੰ ਨਹੀਂ ਪਤਾ, ਸਾਡੇ ਨੌਜਵਾਨ ਨੂੰ ਮੁਸ਼ਕਿਲ ਹੀ ਆ। ਪੁੱਛ ਕੇ ਵੇਖ ਲਿਓ ਵੀ ਉੱਥੇ ਜਗ੍ਹਾ ਹੈਗੀ। ਕਹਿੰਦੇ ਕਿੱਥੇ ਹੈਗਾ?
ਕਿਉਂਕਿ ਆਪਾਂ ਉਧਰ ਨੂੰ ਕਦੀ ਗਏ ਨਹੀਂ ਨਾ, ਆਪਾਂ ਤਾਂ ਖੁਸ਼ ਰਹਿਣ ਵਾਲੇ ਆ ਜਿੱਥੇ ਕਿੱਦਾਂ ਗੁੱਦਾ ਪਵੇ। ਤੋ ਕਹਿੰਦਾ ਭਾ ਮੇਰੇ ਪਾਤਸ਼ਾਹ ਮਹਾਰਾਜ ਦੇ ਮਾਤਾ ਗੰਗਾ ਜੀ ਨਾਲ ਸੰਜੋਗ ਜੁੜੇ ਤੇ ਉਸ ਵੇਲੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਭੋਗ ਪਿਆ। ਮਹਾਰਾਜ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ, ਭਾਈ ਗੁਰਦਾਸ, ਭਾਈ ਸ਼ਾਲੋ, ਭਾਈ ਪੈੜਾ, ਭਾਈ ਪੁਰਾਣਾ, ਭਾਈ ਵਿਧੀਆ, ਭਾਈ ਲੰਗਾ, ਭਾਈ ਜੈਠਾ, ਇਹ ਸਾਰਿਆਂ ਸਿੱਖਾਂ ਨੂੰ ਕਹਿੰਦੇ ਵੀ ਸਾਰੇ ਪਾਸੇ ਸੱਦਾ ਦੇ ਦਿਓ, ਕੋਈ ਰਹਿ ਨਾ ਜਾਵੇ। ਤੇ ਉਸ ਵੇਲੇ ਸਾਧ ਸੰਗਤ ਮੇਰੇ ਪਿਆਰੇ ਰੱਬ ਦੀ ਬਰਾਤ ਉੱਥੋਂ ਤੁਰੀ ਤੇ ਬਰਾਤ ਦੇ ਵਿੱਚ ਜੋਗੀ, ਜਤੀ, ਬ੍ਰਹਮਚਾਰੀ, ਬੜੇ ਬੜੇ ਛਤਰਧਾਰੀ, ਰਾਜੇ ਮਹਾਰਾਜੇ, ਕਈ ਮੰਗਤੇ, ਕਈ ਫਕੀਰ, ਕੋਈ ਕਾਲਾ, ਕੋਈ ਚਿੱਟਾ, ਕੋਈ ਉੱਚਾ, ਕੋਈ ਨੀਵਾਂ, ਕੋਈ ਅੱਗੇ, ਕੋਈ ਪਿੱਛੇ, ਕਿਸੇ ਦੇ ਪੈਰ ਨੰਗੇ, ਕਿਸੇ ਨੇ ਜੋੜੇ ਪਾਏ। ਰੱਬ ਦੀ ਬਰਾਤ ਦੇ ਵਿੱਚ ਸਾਰਿਆਂ ਨੇ ਸਮੂਲੀਅਤ ਕੀਤੀ ਹੈ ਤੇ ਉੱਥੋਂ ਫਿਰ ਤੁਰਨ ਲੱਗੇ ਹਨ ਤੇ ਬੜੇ ਪ੍ਰੇਮ ਦੇ ਵਿੱਚ ਇਹ ਸਾਰੇ ਮਹਾਂਪੁਰਖਾਂ ਦਾ ਉੱਥੋਂ ਇਕੱਠ ਤੁਰਿਆ ਹੈ। ਇੱਕ ਵਾਰੀ ਸਾਰੀ ਸੰਗਤ ਦਰਸ਼ਨ ਕਰਿਓ ਜੀ। ਮੇਰੇ ਸੱਚੇ ਪਾਤਸ਼ਾਹ ਮਹਾਰਾਜ ਰੱਬ ਨੇ ਤੇ ਰੱਬ ਜੀ ਉੱਥੋਂ ਚੱਲੇ ਨੇ ਤੇ ਸਾਰੀ ਸੰਗਤ ਉੱਚੀ ਆਵਾਜ਼ ਵਿੱਚ ਕਿਰਪਾ ਕਰਿਓ ਜੀ। ਗੁਰ ਸਿੱਖ ਪਿਆਰੇ ਆਏ ਮਿਲ, 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 ਗੁਰ ਸਿੱਖ ਪਿਆਰੇ ਆਏ ਮਿਲ। ਮੈਂ ਚਿਰੀ ਵਿਸ਼ੁੰਨੇ RAM ਰਾਜੇ, ਮੈਂ ਚਿਰੀ ਵਿਸ਼ੁੰਨੇ RAM ਰਾਜੇ, ਤੇਰੇ ਮਨ ਭਾਉਂਦੇ, ਭਗਤ ਤੇਰੇ ਮਨ ਭਾਉਂਦੇ, ਤੇਰੇ ਮਨ ਭਾਉਂਦੇ, ਭਗਤ ਤੇਰੇ ਮਨ ਭਾਉਂਦੇ। ਦਰ ਸੋਹਣ ਕੀਰਤ ਗਾਉਂਦੇ, ਦਰ ਸੋਹਣ ਕੀਰਤ ਗਾਉਂਦੇ, ਦਰ ਸੋਹਣ ਕੀਰਤ ਗਾਵੰਦੇ। ਕਹਿੰਦੇ ਸੰਗਤ ਸਾਰੇ ਤਰ੍ਹਾਂ ਦੀ, ਕਿਸੇ ਦੇ ਵਿਚਾਰੇ ਦੇ ਕੱਪੜੇ ਪਾਟੇ ਆ, ਕਿਸੇ ਦੇ ਵਿਚਾਰੇ ਦੇ ਹੱਥ 'ਚ ਚਿਮਟਾ ਪਕੜਿਆ। ਰੱਬ ਦੀ ਬਰਾਤ ਤੁਰੀ ਹੈ ਤੇ ਜਦੋਂ ਹਜ਼ੂਰ ਤੁਰਨ ਲੱਗੇ ਮਹਾਰਾਜ ਸਾਹਿਬ ਨੇ ਸਾਦੇ ਜਿਹੇ ਕੱਪੜੇ ਪਾਏ। ਆਖੋ ਵਾਹਿਗੁਰੂ। ਉੱਥੇ ਸਿੱਖਾਂ ਨੇ ਆਖਿਆ ਮਹਾਰਾਜ ਕੋਈ ਗਹਿਣਾ ਹੀ ਪਾ ਲਓ, ਤੁਹਾਡਾ ਵਿਆਹ ਹੈ, ਧਿਆਨ ਦਿਓ, ਕੁਝ ਲੱਭਣਾ ਹੈ ਤੁਹਾਨੂੰ ਵਿੱਚੋਂ। ਜਿਹੜੇ ਭੁੱਖ ਵਿਖਾਉਂਦੇ ਹੁੰਦੇ ਨਾ ਧੀਆਂ ਸਾਰਿਆਂ ਦੀਆਂ, ਆ ਫੁੱਫੜ ਗੁੱਸੇ ਹੋ ਗਿਆ ਜੀ, ਮਾਸੜ ਵੀ ਗੁੱਸੇ ਹੁੰਦੇ ਆ। ਕਾਹਤੋਂ ਗੁੱਸੇ ਹੋਏ? ਕਹਿੰਦੇ ਜਿੱਥੇ ਇੰਨੀਆਂ ਛਾਪਾਂ ਬਣਾਈਆਂ, ਜੇ 10 ਅਤੇ 15 ਕਰ ਦਿਓ। ਹੁਣ ਇਹ ਕਈਆਂ ਨੂੰ ਲੱਗਣੀ ਗੱਲ ਜ਼ਰੂਰ, ਮੈਨੂੰ ਪਤਾ ਹੈ, ਪਰ ਜਿਹੜਾ ਮੰਗ ਕੇ ਧੀ ਭੈਣ ਦਾ ਖਾਂਦਾ ਜੀ ਉਹਦੀ ਹਾਲਤ ਬੁਰੀ ਹੋਣੀ ਜੀ। ਮੇਰੀ ਲੋ ਭਾਵੇਂ ਉੱਠ ਕੇ ਗੁੱਸਾ ਕਰ ਲਿਓ, ਕੋਈ ਚੱਕਰ ਨਹੀਂ। ਮਹਾਰਾਜ ਕਹਿੰਦੇ ਧੀ ਭੈਣ ਕਾ ਪੈਸਾ ਖਾਏ। ਗੋਬਿੰਦ ਸਿੰਘ ਜਿਹੜੇ ਸਾਡੇ ਦਾਦੇ ਬਾਬੇ ਸੀ, ਜਦੋਂ ਆਪਣੀਆਂ ਧੀਆਂ ਕੋਲ ਜਾਂਦੇ ਸੀ ਨਾ, ਬੋਤਲ ਦੇ ਵਿੱਚ ਪਾਣੀ ਤੇ ਰੋਟੀਆਂ ਪੋਣੇ 'ਚ ਲੈ ਕੇ, ਇੰਨੇ ਪੱਕੇ ਸੀ ਸਿਰੜ ਦੇ, ਕਹਿਣਾ ਧੀ ਦੇ ਘਰ ਦਾ ਪਾਣੀ ਪੀਣਾ ਪਾਪ ਹੈ। ਅੱਜ ਆਪਣੇ ਮੁੰਡੇ ਤੇ ਸਾਰੇ ਅਮਲੀ ਹੋ ਗਏ, ਵਿਚਾਰੀਆਂ ਧੀਆਂ ਹੀ ਘਰ ਚਲਾਉਂਦੀਆਂ। ਮਾਰੋ ਨਿਗਾਹ ਕਿਰਾ, ਜੇ ਕਿਤੇ ਧੀਆਂ ਨਾ ਹੁੰਦੀਆਂ ਤੇ ਆਪਣਾ ਤਾਂ ਸਭ ਕੁਝ ਵਿਕ ਜਾਣਾ ਸੀ। ਬੱਚੀਆਂ ਨੇ ਮਿਹਨਤ ਕੀਤੀ ਬਹੁਤ ਜ਼ਿਆਦਾ, ਬੱਚੇ ਦਾ ਤੇ ਆਉਂਦਾ ਕੱਖ ਨਹੀਂ ਹੈ। ਇਸ ਕਰਕੇ ਇਹਨਾਂ ਖਰਚੇ ਕੀਤੇ। ਆਖੋ ਸਤਨਾਮ ਸ੍ਰੀ ਗੁਰੂ ਪਾਤਸ਼ਾਹ ਮਹਾਰਾਜ ਜੀ ਦਇਆ ਦੇ ਸਾਗਰ ਨੇ। ਮਹਾਰਾਜ ਕਹਿੰਦੇ ਗਹਿਣਾ ਕੀ ਕਰਨਾ? ਕਹਿੰਦੇ ਪਾਤਸ਼ਾਹ ਤੁਹਾਡਾ ਵਿਆਹ ਏ। ਮਹਾਰਾਜ ਕਹਿੰਦੇ ਲੋਕੀ ਨਕਲੀ ਗਹਿਣੇ ਪਾਉਂਦੇ, ਅਸੀਂ ਅਸਲੀ ਪਾਏ ਆ। ਕਹਿੰਦੇ ਅਸਲੀ? ਮਹਾਰਾਜ ਕਹਿੰਦੇ ਆ ਮੇਰੀਆਂ ਸੰਗਤਾਂ ਸਾਡਾ ਅਸਲੀ ਗਹਿਣਾ ਏ, ਜਿਹੜਾ ਦਰਗਾਹ ਤੱਕ ਜਾਣਾ ਨਾਲ ਆ ਨਕਲੀ ਗਹਿਣੇ ਤੇ ਮੜੀਆਂ 'ਚ ਲਾ ਲੈਣੇ ਕਰਦੇ ਆ। ਜਦੋਂ ਨਵਾਉਂਦੇ ਆਪਾਂ ਨੂੰ ਘਰੇ ਤੇ ਕੱਲੀ ਕੱਲੀ ਚੀਜ਼ ਲਾ ਲੈਂਦੇ ਅਗਲੇ। ਆਖਿਓ ਕਿਤੇ ਉੱਥੇ ਛੱਡ ਕੇ ਆਉਣ। ਤੇ ਮਹਾਰਾਜ ਸਾਹਿਬ ਦੇ ਬਚਨ ਵੀ ਹੈ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ।
सताणी संत हमारा गहना। संत हमारी ओट सताणी संत हमारा गहना। हजूर तुरन लगे तो सिखां ने आख्या सतगुरु जोड़ा तो भालो कि नंगे पैरी बरात लैके जाना। मारे सच्चे पातशाह कहते असी नहीं पाउणा। गुरु अर्जन साहब किन्ना प्यार करते कि करके तो वेखो तुसी। ਆਪਾਂ ਕਿਸੇ ਦੁਨਿਆਵੀ ਬੰਦੇ ਨੂੰ ਪਿਆਰ ਕਰੀਏ ਤੇ ਅਗਲਾ ਦੁੱਗਣਾ ਪਿਆਰ ਦਿੰਦਾ ਏ, ਨਫ਼ਰਤ ਕਰਾਂਗੇ ਤੇ ਨਫ਼ਰਤ ਮਿਲੇਗੀ। ਇਸ ਕਰਕੇ ਕਹਿਣ ਦੇ ਭਾਵ ਮੇਰੇ ਪਾਤਸ਼ਾਹ ਮਹਾਰਾਜ ਦੀ ਤਾਰ ਪਤਾ ਕਿੱਥੇ ਜੁੜੀ ਸੀ? ਬਾਬੇ ਮੱਲ ਵੱਲ। ਬਾਬੇ ਮੱਲ ਨੇ ਜਵਾਨੀ ਦੇ ਵਿੱਚ ਇੱਕ ਜੋੜਾ ਤਿਆਰ ਕੀਤਾ। ਹੁਣ ਜਿਹਦੀ ਸੋਨੇ ਦੀ ਦੁਕਾਨ ਹੈ, ਜਿਹੜਾ ਕਿਸਾਨ ਹੈ, ਉਹ ਬੋਰੀ ਲਿਆ ਕੇ ਕਣਕ ਦੀ ਚੜਾਉਂਦਾ, ਕੱਪੜੇ ਵਾਲਾ ਕੱਪੜਾ ਚੜਾਉਂਦਾ, ਲੋਹੇ ਵਾਲਾ ਲੋਹੇ ਦੀ ਸੇਵਾ ਕਰਦਾ। ਉਹਦਾ ਜੋੜਿਆਂ ਦਾ ਕੰਮ ਸੀ। ਉਹਨੇ ਆਖਿਆ ਮਹਾਰਾਜ ਮੈਂ ਇੱਕ ਗਰੀਬ ਤੁਹਾਨੂੰ ਜੋੜਾ ਹੀ ਭੇਟਾ ਕਰਨਾ, ਤੁਹਾਨੂੰ ਗਿਫਟ ਦੇਣਾ। ਤੇ ਜੋੜਾ ਇੰਨਾ ਸੋਹਣਾ ਬਣਾਇਆ, ਪਰ ਵਿਚਾਰੇ ਤੋਂ ਟਾਈਮ ਹੀ ਨਹੀਂ ਲੱਗਾ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਦਾ। ਹੁਣ ਧਿਆਨ ਦੇ ਕੇ ਸੁਣਿਓ ਮਹਾਰਾਜ ਸਾਹਿਬ, ਇਹ ਨਹੀਂ ਵੀ ਕਈ ਵਾਰੀ ਕਈ ਗੁੱਸੇ ਹੋ ਜਾਣਗੇ, ਬਾਬਾ ਜੀ ਮੇਰਾ ਅਰਦਾਸ 'ਚ ਨਾ ਹੀ ਗਲਤ ਲੈਤਾ। ਉਹ ਮੈਂ ਕਿਹਾ ਮੈਂ ਹੀ ਗਲਤ ਲੈਤਾ, ਜਿਹੜਾ ਤਖਤਾਂ 'ਤੇ ਬੈਠਾ ਉਹਨੂੰ ਤਾਂ ਸਾਰਾ ਪਤਾ। ਵੈਸੇ ਇਹ ਨਾਂ ਆਪਣੇ ਇੱਥੇ ਰੱਖੇ ਗਏ, ਪਿੱਛੋਂ ਤੋਂ ਨਹੀਂ ਲੈ ਕੇ ਆਏ। ਇੱਥੇ ਰੱਖੇ ਤੇ ਇੱਥੇ ਮਿਟ ਜਾਣੇ। ਆਖੋ ਸਤਨਾਮ। ਪਿੱਛੋਂ ਇੱਕੋ ਹੀ ਨਾਂ ਆਪਣਾ ਆਇਆ, ਮਾਨਸ ਕੀ ਜਾਤ। ਨਾ ਕੋਈ ਕਮੋਹ, ਨਾ ਸ਼ੀਂਬਾ, ਨਾ ਜੱਟ, ਨਾ ਮਜਬੀ, ਨਾ ਨਾਈ। ਕਿੱਥੇ ਲਿਖਿਆ ਏ? ਇੱਕੋ ਚੀਜ਼ ਕਿਹਾ, ਅਵਲ ਲੈ। ਕੋਈ ਨਾਂ ਨਹੀਂ ਆਪਾਂ ਲੈ ਕੇ ਆਏ। ਧਰਤੀ ਤੇ ਬੱਚਾ ਜੰਮਿਆ ਤੇ ਘਰਦਿਆਂ ਨੂੰ ਜਿਹੜਾ ਚੰਗਾ ਲੱਗਾ ਉਹਨਾਂ ਨੇ ਰੱਖਤਾ। ਬਾਅਦ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਗਿਆ 1604 ਨੂੰ। ਫਿਰ ਸਿੱਖਾਂ ਦੇ ਵਿੱਚ ਭਾਵਨਾ, ਉਹਨਾਂ ਅਰਦਾਸ ਕਰਾ ਕੇ ਨਾਮ ਰੱਖਣੇ ਸ਼ੁਰੂ ਕੀਤੇ। ਇਹ ਇੱਥੇ ਨਾਮ ਮਿਲਿਆ ਆਪਣਾ ਤੇ ਇੱਥੇ ਰਹਿ ਜਾਣਾ। ਇਸ ਕਰਕੇ ਗੁੱਸਾ ਤਾਂ ਆਉਂਦਾ ਵੀ ਕਈ ਬਹੁਤ ਪਖੰਡ ਕਰਦੇ। ਕਹਿੰਦੇ ਜੀ ਕੋਈ ਮਰ ਗਿਆ, ਉੱਥੇ ਦਰਗਾਹ 'ਚ ਉਹਨੂੰ ਜਮਾਂ ਨੇ ਪੇਸ਼ ਕੀਤਾ ਤੇ ਧਰਮਰਾਜ ਕਹਿੰਦਾ ਬੰਦਾ ਗਲਤ ਆ ਗਿਆ। ਮੈਂ ਵੀ ਸੁਣੀ ਰਿਕਾਰਡ। ਉਹ ਕਹਿੰਦੇ ਸੰਤੋਖ ਸਿੰਘ ਇਹ ਨਹੀਂ ਸੀ ਲਿਆਉਣਾ, ਦੂਜਾ ਲਿਆਉਣਾ ਸੀ। ਉਹਨੂੰ ਬੰਦਾ ਪੁੱਛੇ ਵੀ ਧਰਮਰਾਜ ਨੇ ਨਾਂ ਦੇ ਕੇ ਘੱਲਿਆ ਸੀ? ਨਾਂ ਤੇ ਰੱਖਿਆ ਦਾਈ ਨੇ, ਭਾਈ, ਭੂਆ, ਚਾਚੀ, ਤਾਈ ਨੇ। ਜੇ ਰੱਬ ਨੂੰ ਨਾਵਾਂ ਦੇ ਭੁਲੇਖੇ ਪੈਣ ਲੱਗ ਪਏ ਤੇ ਫਿਰ ਦੁਨੀਆ ਚਲਾ ਲਈ ਉਹਨੇ। ਕਈ ਬੜਾ ਕਰਦੇ ਜੀ ਮੈਂ ਮਰ ਗਿਆ, ਮੈਂ ਉੱਥੇ ਦਰਗਾਹ 'ਚ ਗਿਆ, ਉੱਥੇ ਮੈਂ ਇੱਦਾਂ ਕੀਤਾ ਤੇ ਫਿਰ ਉਹਨਾਂ ਮੈਨੂੰ ਕਿਹਾ ਇਹ ਗਲਤ ਆ ਗਿਆ, ਇਹਨੂੰ ਵਾਪਸ ਭੇਜੋ। ਇਹ ਆਪਣੇ ਤੋਂ ਗਲਤੀ ਹੋ ਸਕਦੀ, ਉਹ ਨਹੀਂ ਕਰ ਸਕਦਾ। ਭੁੱਲਣ ਅੰਦਰ ਅੱਗੇ ਗੁਰਬਾਣੀ ਕਹਿੰਦੀ ਉਹ ਨਹੀਂ ਭੁੱਲ ਸਕਦਾ। ਲੋਕਾਂ ਨੇ ਰੱਬ ਨੂੰ ਵੀ ਚੇਤਾ ਭੁਲਾਤਾ। ਕਹਿੰਦੇ ਮਰਨਾ ਕਿਸੇ ਹੋਰ ਨੇ ਸੀ, ਹੋਰ ਚਲੇ ਗਿਆ, ਮੁੜ ਕੇ ਸੰਸਕਾਰ ਹੋਣ ਲੱਗਾ ਤੇ ਉੱਠ ਕੇ ਬਹਿ ਗਿਆ। ਉਹ ਵੱਖਰੀ ਗੱਲ ਵੀ ਕਿਤੇ ਸਾਹ ਅੜਿਆ ਹੋਵੇ, ਡਾਕਟਰਾਂ ਨੇ ਭੁਲੇਖੇ 'ਚ ਬੈਗ 'ਚ ਪਾਤਾ ਵੀ ਡਾਕਟਰਾਂ ਦੀ ਗਲਤੀ ਹੋ ਸਕਦੀ, ਰੱਬ ਦੀ ਗਲਤੀ ਨਹੀਂ ਹੁੰਦੀ। ਆ ਪਿੱਛੇ ਜਿਹੇ ਹੋਇਆ ਵੀ ਸੀ, ਸੰਸਕਾਰ ਕਰਨ ਲੱਗੇ ਜਦੋਂ ਬੈਗ ਖੋਲ੍ਹਿਆ ਮਾੜਾ ਜਿਹਾ ਤੇ ਉਹਨੂੰ ਸਾਹ ਆਵੇ, ਉੱਦਾਂ ਹੀ ਪਾਤਾ। ਆ ਪੰਜਾਬ ਦੀ ਧਰਤੀ 'ਤੇ ਰੱਬ ਹੀ ਰੱਖਾ ਸਾਰੇ ਸਿਸਟਮ ਦਾ। ਆਖੋ ਸਤਨਾਮ। ਤੋ ਕਹਿਣ ਦਾ ਭਾਵ ਉਹਨੇ ਪਿਆਰ ਦੇ ਨਾਲ ਜੋੜਾ ਤਿਆਰ ਕੀਤਾ। ਬਿਰਧ ਹੋ ਗਿਆ, ਮੰਜੀ 'ਤੇ ਪੈ ਗਿਆ ਤੇ ਜੋੜਾ ਨਹੀਂ ਭੇਟਾ ਕੀਤਾ ਗਿਆ। ਪਰ ਅੰਦਰ ਇੱਕੋ ਚੀਜ਼ ਚੱਲਦੀ ਹੈ ਕਿ ਗੁਰੂ ਅਰਜਨ ਸਾਹਿਬ ਮੇਰੇ ਸਾਹ ਮੁੱਕਣ ਤੋਂ ਪਹਿਲਾਂ ਇੱਕ ਵਾਰੀ ਮੇਰੇ ਜੋੜੇ ਨੂੰ ਕਬੂਲ ਕਰ ਲਓ। ਰੱਬ ਅੰਮ੍ਰਿਤਸਰ ਦੀ ਧਰਤੀ ਤੋਂ ਤੁਰਿਆ ਨੰਗੇ ਚਰਨੀ ਤੇ ਨਕੋਦਰ ਸ਼ਹਿਰ ਦੇ ਵਿੱਚ ਪਹੁੰਚੇ। ਇਤਿਹਾਸ ਲਿਖਿਆ ਜੇ। ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ, ਸੰਗਤ ਜੀ ਤੁਸੀਂ ਆਰਾਮ ਕਰੋ, ਅਸੀਂ ਆਏ। ਮਹਾਰਾਜ ਗਏ, ਉੱਥੇ ਕੁਟੀਆ ਸੀ ਉਹਦੀ। ਹੁਣ ਤਾਂ ਗੁਰਦੁਆਰਾ ਬੜਾ ਸੋਹਣਾ ਏ। ਮਹਾਰਾਜ ਸਾਹਿਬ ਨੇ ਜਾ ਕੇ ਦਰਵਾਜ਼ਾ ਖੜਕਾਇਆ ਤੇ ਬਾਪੂ ਮੱਲ ਕਹਿੰਦਾ ਜੀ ਕੌਣ? ਗੁਰੂ ਅਰਜਨ ਸਾਹਿਬ ਕਹਿੰਦੇ ਜਿਹਨੂੰ ਰੋਜ਼ ਆਵਾਜ਼ਾਂ ਮਾਰਦਾ, ਅੱਜ ਘਰੇ ਆਏ ਤੇ ਪੁੱਛਦਾ ਕੌਣ ਹੈ। ਨੇਤਰ ਛਲਕ ਉੱਠੇ, ਉੱਠਣਾ ਚਾਹੁੰਦਾ ਹੈ ਕਿ ਭੱਜ ਕੇ ਗੱਲ ਲੱਗ ਜਾ, ਪਰ ਸਰੀਰ ਵਡੇਰਾ ਹੋ ਗਿਆ, ਉੱਠਿਆ ਨਹੀਂ ਜਾਂਦਾ। ਇਹ ਸਭ 'ਤੇ ਦਿਨ ਆਉਣੇ ਹੈ। ਮੈਂ ਅੱਜ ਇੱਦਾਂ ਦੀ ਘਟਨਾ ਵੇਖੀ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਪਤਾ ਨਹੀਂ ਆਪਣਾ ਕੀ ਬਣਨਾ ਹੈ। ਵੈਸੇ ਕਿ ਇਹ ਨਿੰਦਿਆ ਨਹੀਂ, ਸੱਚ ਹੈ। ਕਿਸੇ ਦੇ ਲਾਗੇ ਮੈਂ ਗੁਜ਼ਰ ਰਿਹਾ ਸੀ ਤੇ ਉਹਨਾਂ ਦੀ ਬਜ਼ੁਰਗ ਮਾਂ ਮੰਜੀ 'ਤੇ ਪਈ ਹੈ। ਉਹਨੂੰ 3 ਦਿਨ ਹੋ ਗਿਆ ਪਾਣੀ ਨਹੀਂ ਦਿੱਤਾ ਤੇ ਉਲਟਾ ਉਹਨੂੰ ਆ ਵਾਈਪਰ ਹੁੰਦਾ ਨਾ ਸਫਾਈ ਕਰਨ ਵਾਲਾ, ਉਹਦੇ ਨਾਲ ਕੁੱਟਿਆ ਗਿਆ। ਰੂਹ ਕੰਬਦੀ ਹੈ। ਤੇ ਇੱਕ ਭੈਣ ਕਿਤੇ ਉੱਤੇ ਸੀ, ਰਾਤ ਨੂੰ ਮੀਂਹ ਆਇਆ, ਉਹਨਾਂ ਨੇ ਆ ਕੇ ਕਿਹਾ, ਕਹਿੰਦੇ ਤੁਸੀਂ ਅੰਦਰ ਕਰ ਲਓ ਤੇ ਜਿਹੜਾ ਉਹਦਾ ਪਰਿਵਾਰ ਸੀ ਕਿਤੇ ਜ਼ਿਆਦਾ ਦੁੱਖ ਤੇ ਘਰੇ ਲੈ ਜਾ। ਰੂਹ ਕੰਬਦੀ ਵੇਖ ਕੇ ਆਪਣਾ ਪਤਾ ਨਹੀਂ ਕੀ ਬਣਨਾ। ਅੱਜ ਵੀ ਕਈ ਮੰਜਿਆਂ 'ਤੇ ਗਲੇ ਪਏ ਹੈ, ਮੌਤ ਮੰਗਦੇ, ਰੱਬ ਤੋਂ ਨਹੀਂ ਆਉਂਦੀ। ਇਸ ਕਰਕੇ ਮਹਾਰਾਜ ਦੇ ਅੱਗੇ ਬੇਨਤੀਆਂ ਕਰਿਆ ਕਰੋ, ਦਿਨ ਸਭ ਦੇ ਆਉਣੇ।
ਪਤਾ ਨਹੀਂ ਇੰਨਾ ਕਲਯੁਗ ਦਾ ਸਮਾਂ ਆ ਗਿਆ, ਇੱਦਾਂ ਜਲਾਦ ਵੀ ਨਹੀਂ ਕਰਦਾ ਜਿੱਦਾਂ ਅਸੀਂ ਕਰਨ ਲੱਗ ਪਏ। 7 ਬਗਾਨਾ ਵੀ ਹੋਵੇ ਤਾਂ ਪਾਣੀ ਦੇ ਦਿੰਦਾ। ਜਿੰਨੇ ਤੈਨੂੰ ਦੁੱਧ ਪਿਆ ਕੇ ਪਾਲਿਆ ਤੇ ਤੂੰ ਵਹੀ ਭਰਾਣਾ ਕੁੱਟ ਕੇ ਉਹਨੂੰ ਪਾਣੀ ਨਹੀਂ ਦਿੱਤਾ। ਮਹਾਰਾਜ ਰਾਖਾ ਸਮਾਉਣ ਵਾਲਾ ਇਦੋਂ ਵੀ ਭਿਆਨਕ ਹੈ। ਸੋ ਰਹੋ ਵਿਚਾਰ। ਬਾਬਾ ਮੱਲ ਜੀ ਰੋ ਪਏ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਬਾਪੂ ਕੀ ਹੋਇਆ ਜੀ? ਕਹਿੰਦੇ ਪਾਤਸ਼ਾਹ ਮੇਰਾ ਬੜਾ ਜੀ ਕਰਦਾ ਮੈਂ ਤੁਹਾਡੇ ਗੱਲ ਲੱਗਾ, ਪਰ ਹੁਣ ਨਹੀਂ ਲੱਗਿਆ ਜਾਣਾ। ਹੁਣ ਮੰਜੀ ਦੇ ਗਲ ਹੀ ਲੱਗਾ, ਨਦੀ ਕਿਨਾਰੇ ਰੁਖੜਾ ਅੱਜ ਡਿੱਗਾ ਕਿ ਕੱਲ। ਮੇਰੇ ਪਾਤਸ਼ਾਹ ਕਹਿੰਦੇ ਸਾਡਾ ਜੋੜਾ ਕਿੱਥੇ ਆ? ਅੱਜ ਸਾਡਾ ਵਿਆਹ ਏ। ਤੇਰੇ ਪਿਆਰ ਦੇ ਬੱਧੇ ਅਸੀਂ ਨੰਗੇ ਚਰਨਾਂ ਤੋਂ ਅੰਮ੍ਰਿਤਸਰ ਸ਼ਹਿਰ ਤੋਂ ਤੁਰੇ ਆਂ, ਸਾਡਾ ਜੋੜਾ ਦੇ। ਕਹਿੰਦਾ ਸਤਿਗੁਰੂ ਉਹ ਸਾਹਮਣੇ ਬੜੇ ਪਿਆਰ ਨਾਲ ਢੱਕ ਕੇ ਬਣਾ ਕੇ ਰੱਖਿਆ, ਪਾਲੋ। ਮਾਰੇ ਕਹਿੰਦੇ ਇੱਦਾਂ ਨਹੀਂ ਚੱਲਣੀ ਗੱਡੀ, ਪਾਲੋ, ਇਹ ਤੈਂ ਪਾਉਣਾ ਏ। ਹੋਰ ਅੱਖਾਂ 'ਚ ਵਿਰਾਗ ਵੱਧ ਗਿਆ। ਕਹਿੰਦੇ ਮਹਾਰਾਜ ਹੁਣ ਤੇ ਅਗਲੇ ਜਨਮ 'ਚ ਹੀ ਪਾऊँ, ਹੁਣ ਸਰੀਰ ਨਹੀਂ ਕਿਸੇ ਜੋਗਾ ਰਹਿ ਗਿਆ। ਉੱਥੇ ਇਤਿਹਾਸ ਕਹਿੰਦਾ ਕਿ ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਨੇ ਆਪਣਾ ਸੱਜਾ ਹੱਥ ਇਹਦੇ ਸਿਰ ਦੇ ਥੱਲੇ ਰੱਖ ਕੇ ਇਹਨੂੰ ਖੜਾ ਕਰ ਦਿੱਤਾ। ਤੇ ਜਦੋਂ ਖੜਾ ਹੋਇਆ ਤੇ ਮੇਰੇ ਸਤਿਗੁਰੂ ਮਹਾਰਾਜ ਕਹਿੰਦੇ ਹੁਣ ਸੁਣਾ। ਕਹਿੰਦੇ ਜੀ ਹੁਣ ਨੀਵਾਂ ਨਹੀਂ ਹੋਇਆ ਜਾਣਾ, ਲੱਕੜ ਵਰਗਾ ਸਰੀਰ ਹੈ। ਮਹਾਰਾਜ ਕਹਿੰਦੇ ਤੂੰ ਜੋੜਾ ਲਿਆ, ਜਾਂ ਵਚਨ ਕਰਦੇ ਆ ਜਿਹੜੇ ਤੇਰੇ ਘਰ ਸ਼ਰਧਾ ਨਾਲ ਆਇਆ ਕਰਨਗੇ, ਜਿਹੜੇ ਵਿੰਗੇ ਉਹ ਵੀ ਸਿੱਧੇ ਹੋ ਕੇ ਜਾਇਆ ਕਰ। ਅੱਜ ਵੀ ਜਿਨ੍ਹਾਂ ਦੇ ਅੰਦਰ ਸ਼ਰਧਾ ਅਮਰੀਕਾ ਕੈਨੇਡਾ ਤੋਂ ਲੋਕ ਆ ਕੇ ਉਸ ਸਥਾਨ ਦੇ ਉੱਤੇ ਜਿਨ੍ਹਾਂ ਨੂੰ ਡਾਕਟਰਾਂ ਨੇ ਕਿਹਾ ਤੇਰਾ ਕੋਈ ਹੱਲ ਨਹੀਂ ਹੋਣਾ, ਉੱਥੋਂ ਹੱਲ ਹੋਏ ਆ। ਇਹਦਾ ਘਰ ਬੜਾ ਵੱਡਾ, ਬਾਪੂ ਦਾ ਭਰੋਸਾ ਰੱਖੋ, ਥੋੜ੍ਹਾ ਜਿਹਾ ਮਿਹਨਤ ਹੈ। ਫਿਰ ਮੇਰੇ ਪਾਤਸ਼ਾਹ ਮਹਾਰਾਜ ਦਾ ਉਹਨੇ ਬੜਾ ਜਸ ਗਾਇਆ, ਜਲ ਪਾਣੀ ਵੀ ਛਕਾਇਆ। ਤੇ ਮਹਾਰਾਜ ਜਦੋਂ ਵਾਪਸ ਆਏ ਬਾਬਾ ਬੁੱਢਾ ਜੀ ਹੱਸ ਪਏ। ਕਹਿੰਦੇ ਵਾਹ ਓਏ ਸਾਹਿਬਾਂ, ਕੌਣ ਆਖੇ ਇੰਝ ਨਹੀਂ ਇੰਝ ਕਰ। ਸਾਨੂੰ ਕਹਿੰਦਾ ਜੋੜਾ ਨਹੀਂ ਪਾਉਣਾ ਤੇ ਕਿਸੇ ਦੇ ਪਿਆਰ ਬਦਲੇ ਨੰਗੇ ਚਰਨੀ ਆ ਗਿਆ। ਮਹਾਰਾਜ ਕਹਿੰਦੇ ਮੈਨੂੰ ਪਿਆਰ ਕਰੇ ਤੇ ਸਹੀ ਕੋਈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ। ਗੁਰੂ ਤੇ ਤਰਸਦਾ ਪਿਆ। ਅੱਜ ਵੀ ਗੁਰੂ ਨਾਨਕ ਗਲੀ ਦੇ ਵਿੱਚ ਵਿਚਰਿਆ ਪਰ ਲਾਲੋ ਦਾ ਘਰ ਨਹੀਂ ਲੱਭਦਾ। ਅੱਜ ਵੀ ਰਾਮ ਜੀ ਵਿਚਰ ਰਹੇ ਪਰ ਭੀਲਣੀ ਨਹੀਂ ਲੱਭ ਰਹੀ। ਅੱਜ ਵੀ ਕ੍ਰਿਸ਼ਨ ਜੀ ਲੱਭਦੇ ਫਿਰਦੇ ਆ ਕਿਤੇ ਬਿਦਰ ਦਾ ਸਾਗ ਖਾ ਲਈਏ, ਬਿਦਰ ਹੀ ਨਹੀਂ ਰਹਿ ਗਿਆ ਤੇ ਸਾਗ ਕਿਹਨੇ ਬਣਾਉਣਾ। ਸਾਰਿਆਂ ਦੇ ਵਿੱਚ ਤਹਮਾਨ ਤਾਣਾ। ਤੇ ਉਸ ਵੇਲੇ ਮੇਰੇ ਪਾਤਸ਼ਾਹ ਇੱਥੋਂ ਤੁਰੇ, ਸਮਾਂ ਆਪਣਾ ਨੇੜੇ, ਹੁਣ ਪੰਛੀ ਝਾਤੀ ਵੱਜੀਗੀ। ਬਾਕੀ 7 ਤਰੀਕ ਨੂੰ ਪੂਰੇ ਦਰਸ਼ਨ ਕਰ ਲਾਂਗੇ। ਮੈਂ ਤਾਂ ਲਾਹਾ ਲਿਆ ਵੀ ਲੰਗਰ ਪਾਣੀ ਵੀ ਛਕਣਾ ਜੀ, ਤੇ ਆਪਾਂ ਅੱਜ ਦਿਨ ਐਤਵਾਰ ਕਰਕੇ ਵੀ ਜਿਹੜੀ ਸੰਗਤ ਜੁੜੀ ਹਫ਼ਤੇ ਬਾਅਦ ਉਹਨਾਂ ਨੂੰ ਵੀ ਮਹਾਰਾਜ ਦਾ ਵਿਆਹ ਵਿਖਾ ਦਈਏ। ਇੱਥੋਂ ਫਿਰ ਮਹਾਰਾਜ ਤੁਰੇ ਤੇ ਬਿਲਗੇ ਪਹੁੰਚੇ। 7 ਕੁੱਲੀਆਂ ਬਿਲਗੇ ਦੀਆਂ, ਪਿੰਡ ਵਾਲਿਆਂ ਬੜਾ ਸਤਿਕਾਰ ਕੀਤਾ, ਜੀ ਆਇਆਂ ਆਖਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਬੜਾ ਪਿਆਰ ਕਰਦੀ ਹੈ, ਬਾਬਾ ਬੁੱਢਾ ਜੀ ਆਪਾਂ ਰਾਤ ਦਾ ਸਟੇ ਇੱਥੇ ਕਰਨਾ, ਰਾਤ ਨੂੰ ਇੱਥੇ ਟਿਕੀ ਇਹਨਾਂ ਦੇ ਕੋਲ। ਉੱਥੇ ਫਿਰ ਭਾਈ ਗੁਰਦਾਸ ਵਰਗਿਆਂ ਦੇ ਬਚਨ ਵੀ ਸੀ, ਜਿਹੜੇ ਬਚਨ ਇੱਕ ਵਾਰੀ ਗਾ ਕੇ ਪੜ੍ਹਨੇ ਆਪਾਂ। ਹੋਆ ਕੀਰਤਨ ਰੈਣ ਸੁਭਾਈ, ਸੰਤ ਪਰੋਣੇ ਆਏ ਨੇ। 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 ਜੀ ਸੰਤ ਪਰੋਣੇ ਆਏ ਨੇ, ਜੀ ਸੰਤ ਪਰੋਣੇ ਆਏ ਨੇ। ਜੀ ਸੰਤ ਪਰੋਣੇ ਆਏ ਨੇ। ਜੀ ਸੰਤ ਪਰੋਣੇ ਆਏ ਨੇ। ਗੁਰਮੁਖੋ, ਗੁਰੂ ਕੀ ਸੰਗਤ ਤੋਂ ਮਾਫੀ ਚਾਹੁੰਦੇ, ਕਿਉਂਕਿ ਆਪਣਾ ਦਰਬਾਰ ਥੋੜ੍ਹਾ ਜਿਹਾ ਮਹਾਂਪੁਰਖਾਂ ਛੋਟਾ ਬਣਾਇਆ।
ਤੇ ਜਿਹੜੀ ਸੰਗਤ ਬਾਹਰ ਬੈਠੀ ਮੈਨੂੰ ਵੇਖ ਕੇ ਉਹ ਤਾਂ ਧੁੱਪੇ ਬੈਠੀ ਸਾਰੀ ਸੰਗਤ ਹੈ, ਪਰ ਫਿਰ ਵੀ ਕਿੰਨਾ ਪਿਆਰ ਗੁਰੂ ਸਾਹਿਬ ਦੇ ਇਤਿਹਾਸ ਨੂੰ ਕਰ ਰਹੇ ਹੈ। ਇੰਨੀ ਗਰਮੀ ਦੇ ਵਿੱਚ ਬਹਿ ਕੇ ਵੀ ਮਹਾਰਾਜ ਤੇਰਾ ਜਸ ਸੁਣ ਰਹੇ। ਕਿਰਪਾ ਕਰੀ ਆਪਣੇ ਬੂਹੇ ਤੋਂ ਕਿਸੇ ਨੂੰ ਖਾਲੀ ਨਾ ਜਾਣ, ਖਾਲੀ ਨਾ ਜਾਣ ਦੀ। ਸਤਿਗੁਰੂ ਦੀ ਸੇਵਾ ਕੀਤੀ, ਸਾਰੀ ਰਾਤ ਕੀਰਤਨ ਹੋਇਆ। ਕਿਸੇ ਦੇ ਘਰ ਚੰਗਾ ਗੁਰਮੁਖ ਪ੍ਰਾਹੁਣਾ ਆਵੇ ਤੇ ਉਹਦਾ ਘਰ ਭਲਾ ਹੋ ਜਾਂਦਾ। ਜੇ ਮਾੜੀ ਕੁਆਲਿਟੀ ਆ ਜੇ ਤੇ ਰਾਤ ਰਾਤ 'ਚ ਭੂਤਨਾ ਬਣਾ ਦਿੰਦੀ ਘਰ ਨੂੰ। ਉਹਨਾਂ ਨੇ ਖਾਣਾ ਪੀਣਾ ਹੀ ਇੱਦਾਂ ਦਾ ਵੀ ਸਵੇਰੇ ਜਦੋਂ ਤੁਸੀਂ ਉੱਠੇ ਤੁਹਾਡਾ ਘਰ ਜਿਹੜਾ ਇੱਦਾਂ ਹੋਣਾ ਜਿਵੇਂ ਹੱਡੋ ਰੋੜਾ ਹੁੰਦਾ। ਮਾਫ਼ ਕਰ ਦਿਓ, ਪ੍ਰਾਹੁਣੇ ਸਾਡੇ ਸਾਰੇ ਇੱਦਾਂ ਦੇ ਹੀ ਹੈ, ਪਰ ਕੋਈ ਰੱਬ ਦਾ ਰੰਗਿਆ ਪ੍ਰਾਹੁਣਾ ਆਵੇ ਤੇ ਖੁਸ਼ੀ ਮਨਾਇਆ ਕਰੋ। ਜਿੰਨੇ ਤੁਹਾਡੇ ਘਰ 'ਚ ਰਹਿ ਰਸ ਪੜਨੀ ਰਾਤ ਨੂੰ, ਜਿੰਨੇ ਸਵੇਰੇ 5 ਬਾਣੀਆਂ ਦਾ ਨਿਤਨੇਮ ਕਰਨਾ, ਤੁਹਾਡਾ ਘਰ ਧੰਨ ਹੋ ਜਾਣਾ। ਪਰ ਇੱਦਾਂ ਦੇ ਪ੍ਰਾਹੁਣੇ ਨੂੰ ਕੋਈ ਪਿਆਰ ਵੀ ਨਹੀਂ ਜੇ ਕਰਦਾ। ਉਹ ਵਿਚਾਰਾ ਇਕੱਲਾ ਹੀ ਬੈਠਾ ਰਹਿੰਦਾ ਮਾਲਾ ਲੈ ਕੇ, ਦੂਜਿਆਂ ਨੂੰ ਜੱਫੀਆਂ ਪਾ ਮਿਲਦੇ ਆ। ਤੋ ਮੇਰੇ ਗੁਰੂ ਅਰਜਨ ਸਾਹਿਬ ਨਾਲ ਪ੍ਰਾਹੁਣੇ ਸੰਤ ਸਾਧੂ ਰਾਗੀ ਢਾਡੀ ਕਵੀ ਜੋ ਫਕੀਰ ਚਿਮਟਾ ਸਾਰੀ ਰਾਤ ਚੱਲਿਆ। ਤੇ ਜਦੋਂ ਪਾਤਸ਼ਾਹ ਮਹਾਰਾਜ ਨੂੰ ਤੁਰਨ ਲੱਗੇ ਤੇ ਪਿੰਡ ਵਾਲੇ ਸਾਰੇ ਇਕੱਠੇ ਹੋ ਕੇ ਆਏ। ਕਹਿੰਦੇ ਬਾਪੂ ਗੁਰੂ ਅਰਜਨ ਸਾਹਿਬ ਇੱਕ ਬੇਨਤੀ ਹੈ। ਮਾਰੇ ਕਹਿੰਦੇ ਦੱਸੋ। ਬੜਾ ਆਨੰਦ ਆਇਆ ਰਾਤੀ, ਸਾਰਾ ਰਾਤ ਤੁਹਾਡੇ ਨਗਰ ਨੇ ਕੋਈ ਵੀ ਘਰ ਨੂੰ ਨਹੀਂ ਗਿਆ। ਇੱਥੇ ਕਈ ਵਾਰੀ ਰਾਤ ਦਾ ਸਮਾਗਮ ਰੱਖੀਦਾ ਨਾ, ਤੇ ਅਜੇ ਮਹਾਰਾਜ ਸਾਹਿਬ ਜੀ ਦੀਵਾਨ 'ਚ ਹੁੰਦੇ ਆ ਤੇ 2-2 ਕਿਲੋ ਪਕੌੜੇ ਖਾ ਕੇ ਸੰਗਤ ਘਰਾਂ ਨੂੰ ਚੱਲ ਜਾਂਦੀ। ਰਾਤ ਦੇ ਸਮਾਗਮ ਲੋਈਆਂ ਵੀ ਹੁੰਦੇ, ਡਡਵਿੰਡੀ ਇੱਥੇ ਆਪਾਂ ਡੱਲੇ ਵੀ ਕਰਦੇ। ਤੇ ਅਜੇ ਬਸ 1-2 ਜਥੇ ਲੱਗੇ, ਜਦੋਂ ਪੇਟ ਪੂਟ ਭਰ ਲਿਆ, ਸ਼ੋਪਿੰਗ ਕਰ ਲਈ, ਫਿਰ ਕਈ ਤਾਂ ਸੈਰ ਕਰਨੀ ਆਉਂਦੇ, ਮਾਫ਼ ਕਰ ਦਿਓ। ਤੇ ਖਾ ਪੀ ਕੇ ਸਾਰੇ ਚਲੇ ਗਏ। ਤੇ ਜਦੋਂ ਸੁੱਖ ਆਸਣ ਹੋਇਆ ਤੇ ਉੱਥੇ ਕੋਈ ਨਹੀਂ। ਇੰਨਾ ਕੁ ਪਿਆਰ ਆ ਸਾਡਾ ਮਹਾਰਾਜ ਨਾਲ। ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਚੱਲਣ ਦਿਆ, 9 ਵਜੇ ਆ ਤੇ ਸਾਰਾ ਟੱਬਰ ਸੌਂ ਵੀ ਗਿਆ। ਵੇਖ ਕਿੰਨੀ ਯਾਤਰਾ ਕਰਕੇ ਆਏ ਮੱਕੇ ਦੀ। ਜਿੱਦਾਂ ਬੇਰ ਸਾਹਿਬ ਇੱਕ ਵਾਰੀ ਰਾਤ ਦਾ ਦੀਵਾਨ ਸੀ ਤੇ ਉੱਥੇ ਸਮਾਂ ਮਿਲਿਆ, ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸੀ, ਤੇ ਦੀਵਾਨ ਹਾਲ 'ਚ ਰੱਬ ਦੇ ਪਿਆਰੇ ਬੁਲਾਰੇ ਲੱਗੇ ਤੇ ਸਾਰੀ ਸੰਗਤ ਦੀਵਾਨ ਹਾਲ 'ਚ ਸੁੱਤੀ। ਤੇ ਉਹ ਢਾਡੀ ਕਹਿੰਦਾ ਮੈਨੂੰ ਲੱਗਦਾ ਵੀ ਬਾਬਾ 48,000 ਕਿਲੋਮੀਟਰ ਪੈਂਡਾ ਤੂੰ ਨਹੀਂ, ਇਹਨਾਂ ਨੇ ਤੈਅ ਕੀਤਾ। ਵੀ ਜਿਹੜੇ ਘਰੋਂ ਆਏ ਕਹਿੰਦੇ ਚੱਲੇ ਦਰਸ਼ਨ ਕਰਨ ਤੇ ਆ ਕੇ ਸੁੱਤੇ ਸਾਰੇ ਦੀਵਾਨ ਹਾਲ 'ਚ ਘਰਾਲੇ ਮਾਰਨ ਦੇ। ਉੱਥੇ ਮਹਾਰਾਜ ਦਾ ਦੀਵਾਨ ਚੱਲਣ ਦਿਆ। ਐਸੀ ਘਟਨਾ ਸੀ ਕਰਦੇ, ਪਿਆਰ ਵਾਲੇ ਸੀ ਬਿਲਗੇ ਵਾਲੇ। ਸਾਰੀ ਰਾਤ ਨਾ ਕੋਈ ਬੀਬੀ, ਨਾ ਕੋਈ ਬੱਚਾ ਤੇ ਨਾ ਕੋਈ ਬਜ਼ੁਰਗ ਸੁੱਤਾ। ਚਾਹ ਹੀ ਇੰਨਾ ਵੀ ਸਾਡੇ ਘਰ ਰੱਬ ਜੀ ਆਏ ਨੇ। ਇਸ ਕਰਕੇ ਸਾਧ ਸੰਗਤ ਪ੍ਰਾਹੁਣੇ ਕੈਨੇਡਾ ਅਮਰੀਕਾ ਤੋਂ ਆਏ ਹੁਣ ਤੇ 2 ਵਜੇ ਤੇ ਰਾਤ ਨੂੰ ਗੱਲਾਂ ਨਹੀਂ ਕਰੀ ਜਾਈਦੀਆਂ। ਤੇ ਮਹਾਰਾਜ ਘਰੇ ਆਏ ਹੁਣ ਤੇ 9 ਵਜੇ ਨੂੰ ਕਹਿਣਗੇ ਮੇਰਾ ਕਿੱਥੇ ਮੰਜਾ, ਮੈਂ ਕਿੱਥੇ ਸੌਣਾ ਏ, ਕਿੰਨਾ ਥੱਕਿਆ ਪਿਆ ਵਿਚਾਰਾ। ਵੀ ਤੇਰੇ ਘਰ ਮਾਲਕ ਆਇਆ, ਕਿਤੇ ਸਾਰੀ ਰਾਤ ਚੌਰ ਹੀ ਕਰ ਲਾ, ਕਿਤੇ ਵਾਰ-ਵਾਰ ਆਉਣਾ ਏ, ਮਾਫੀ ਦੇ ਦਿਓ। ਤਾਂ ਉਸ ਵੇਲੇ ਮਹਾਰਾਜ ਕਹਿੰਦੇ ਮੰਗੋ ਕੀ ਮੰਗਦੇ ਜੇ। ਕਹਿੰਦੇ ਸਤਿਗੁਰੂ ਸਾਡੇ ਨਗਰ ਨੂੰ ਪਤਾ ਨਹੀਂ ਕਿਸੇ ਮਹਾਂਪੁਰਖ ਦਾ ਸਰਾਪ ਹੋਇਆ ਏ ਜਾਂ ਕੋਈ ਪੁਰਾਤਨ ਸਮੇਂ ਦੀ ਗਲਤੀ ਹੈ, ਸਹਿਜ ਸੁਭਾਅ ਅੱਗ ਲੱਗ ਜਾਂਦੀ ਹੈ ਤੇ ਸਾਰੇ ਘਰ ਕੁੱਲੀਆਂ ਸੜ ਜਾਂਦੀਆਂ ਨੇ। ਮੇਰੇ ਪਾਤਸ਼ਾਹ ਮਹਾਰਾਜ ਪ੍ਰਸੰਨ ਹੋਏ। ਹਜ਼ੂਰ ਪਾਤਸ਼ਾਹ ਮਹਾਰਾਜ ਨੇ ਆਪਣਾ ਬਟੂਆ ਦਿੱਤਾ, ਆਖੋ ਵਾਹਿਗੁਰੂ। ਦੂਜਾ ਆਪਣਾ ਸਿਮਰਨਾ ਦਿੱਤਾ, ਤੀਜਾ ਚੋਲਾ ਦਿੱਤਾ, ਚੌਥੀ ਚੰਦਨ ਦੀ ਚੌਂਕੀ ਤੇ ਜੋੜਾ ਦਿੱਤਾ। ਹਜ਼ੂਰੀਆ ਮੇਰੇ ਪਾਤਸ਼ਾਹ ਕਹਿੰਦੇ ਇਹਦਾ ਸਤਿਕਾਰ ਕਰਿਓ। ਕਹਿੰਦੇ ਜੀ ਇਹਦੇ ਅਰਥ ਕੀ ਹੈ? ਕਹਿੰਦੇ ਜਿਹੜਾ ਰੱਬ ਦਾ ਬਾਣਾ ਪਾਲੇਗਾ, ਹੱਥ ਵਿੱਚ ਸਿਮਰਨਾ ਫੜ ਲੇਗਾ, ਉਹਦੇ ਬਟੂਏ ਦੇ ਵਿੱਚ ਪੈਸੇ ਨਹੀਂ ਮੁੱਕਣੇ ਤੇ ਉਹਦੇ ਥੱਲੇ ਚੰਦਨ ਦੇ ਤਖਤ ਡਿਆ ਕਰਨਗੇ। ਅੱਜ ਵੀ ਦੁਆਬੇ ਦੇ ਵਿੱਚ ਸਭ ਤੋਂ ਅਮੀਰ ਪਿੰਡ ਕੋਈ ਤੇ ਉਹ ਬਿਲਗਾ ਏ। 7 ਗੇਟ ਲੱਗਦੇ ਉਸ ਪਿੰਡ ਨੂੰ, ਆਖੋ ਸਤਨਾਮ ਸ੍ਰੀ। ਸਾਰੇ NRI ਉੱਥੇ ਵੱਸਦੇ ਤੇ ਅੱਜ ਵੀ ਦੁੱਧ ਦੇ ਦਰਿਆ ਵਗਦੇ ਉੱਥੇ। ਅੱਜ ਵੀ ਕਮੀ ਕੋਈ ਨਹੀਂ ਹੈ। ਕਈ ਥਾਵਾਂ 'ਤੇ ਆਪਾਂ ਵੇਖੀਦਾ ਵੀ ਚਲੋ ਕਈ ਸੰਗਤ ਹੁੰਦੀ, ਕੋਸ਼ਿਸ਼ ਕਰਿਆ ਕਰੋ ਤੁਸੀਂ ਐਤਵਾਰ ਸਵੇਰੇ ਆਪਣੇ ਚਾਹ ਪਕੌੜੇ ਚੱਲਦੇ ਨਾ ਤੇ ਦੁੱਧ ਖੁਣੋ, ਆਪਾਂ ਸੁੱਕੇ ਦੁੱਧ ਦੀ ਚਾਹ ਬਣਾਉਣੇ ਆ, ਕਿਉਂਕਿ ਆਪਾਂ ਪਸ਼ੂ ਤੇ ਰੱਖੇ ਨਹੀਂ। ਤੇ ਸੰਗਤ ਵਿਚਾਰੀ ਵੇਂਦੀ ਵੀ ਕਹਿੰਦੇ ਇੱਦਾਂ। ਮੈਂ ਕਿਹਾ ਭਾਈ ਹੁਣ ਚਾਹ ਤਾਂ ਦੁੱਧ ਨਹੀਂ ਬਣਨੀ ਆ, ਤੇ ਦੁੱਧ ਫਿਰ ਸੰਗਤ ਦੀ ਕਿਰਪਾ ਹੋਣੀ ਚਾਹੀਦੀ। ਉੱਦਾਂ ਤਾਂ 60-70 ਰੁਪਈਏ ਕਿਹੜਾ ਲਿਆਵੇ, ਆਖੋ ਸਤਨਾਮ। ਤੋ ਇਸ ਕਰਕੇ ਉੱਥੇ ਬਾਹਰ ਹੋਏ ਸੀ। ਅੱਜ ਵੀ ਉੱਥੇ ਕਿਰਪਾ ਏ। ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨਾ ਪਿਆਰ ਕੀਤਾ, ਨਗਰ ਵਾਲਿਆਂ ਨੇ ਫੁੱਲਾਂ ਦੀ ਵਰਖਾ ਕੀਤੀ। ਮੇਰੇ ਪਾਤਸ਼ਾਹ ਮਹਾਰਾਜ ਦਾ ਇੰਨਾ ਸਤਿਕਾਰ ਕੀਤਾ। ਕਈ ਵਿਦਵਾਨ ਕਹਿੰਦੇ 2 ਦਿਨ ਰਹੇ ਮਹਾਰਾਜ, ਕਈਆਂ ਨੇ 3 ਦਿਨ ਕਿਹਾ ਤੇ ਕਈਆਂ ਨੇ 1 ਰਾਤ।
ਤਿੰਨ ਦਿਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਟਿਕੇ। ਪਿਆਰ ਕਰਕੇ ਟਿਕ ਗਏ, ਨਹੀਂ ਤੇ 5 ਮਿੰਟ ਨਹੀਂ ਕਿਸੇ ਕੋਲ ਬਹਿ ਹੁੰਦਾ। ਪਿਆਰ ਨਾ ਹੋਵੇ ਕਿਸੇ ਨਾਲ, ਜਿਹਦੇ ਨਾਲ ਪਿਆਰ ਉਹਦੇ ਲਾਗੇ ਬਹਿ ਹੁੰਦਾ ਏ। ਤੁਹਾਡਾ ਪਿਆਰ ਹੈ ਗੁਰੂ ਅਰਜਨ ਸਾਹਿਬ ਦੇ ਘਰ ਨਾਲ, ਤੇ ਧੁੱਪੇ ਬੈਠੇ ਬਾਹਰ ਕਿੰਨੀ ਗਰਮੀ 'ਚ ਤਾਂ ਵੀ ਚੌਂਕੜੇ ਮਾਰ ਕੇ ਪਿਆਰ ਦਾ ਮੁੱਲ ਜ਼ਰੂਰ ਪੈਣਾ ਜੇ। ਤੁਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਣੀ ਘੜੀ ਜਵਾਬ ਦੇ ਚੁੱਕੀ ਹੈ। ਹੁਣ ਇਤਿਹਾਸ ਨੂੰ ਆਪਾਂ ਇੱਥੇ ਹੀ ਟਿਕਾ ਦੇਣਾ ਏ। ਤੇ ਜਿਨ੍ਹਾਂ ਨੇ ਫਿਰ ਪੂਰਾ ਆਨੰਦ ਮਾਣਨਾ ਏ, ਤੇ 7 ਤਰੀਕ ਨੂੰ ਗੁਰੂ ਮਹਾਰਾਜ ਦੇ ਪਿਆਰ ਵਿੱਚ ਭੈਣਾਂ ਨੇ ਸੁਖਮਨੀ ਸਾਹਿਬ 10:30 ਆਰੰਭ ਕਰਨੇ ਹੈ, ਤੇ 12 ਵਜੇ ਭੋਗ ਪੈਣੇ। ਤੇ ਸ਼ਾਮਾਂ ਨੂੰ ਫਿਰ ਕਥਾ ਦੇ ਵਿੱਚ ਮਹਾਰਾਜ ਸਾਹਿਬ ਜੀ ਦਾ ਬਾਕੀ ਇਤਿਹਾਸ ਆਪਾਂ ਸਾਂਝਾ ਕਰਾਂਗੇ। ਕਿਸ ਤਰ੍ਹਾਂ ਮਹਾਰਾਜ ਉੱਥੇ ਪਹੁੰਚੇ ਮੌ ਸਾਹਿਬ, ਕਿਸ ਤਰ੍ਹਾਂ ਮਹਾਰਾਜ ਦੇ ਆਨੰਦ ਕਾਰਜ ਮਾਤਾ ਗੰਗਾ ਜੀ ਨਾ ਹੋਏ, ਜਿਸ ਮਾਂ ਦੀ ਕੁੱਖ ਦੇ ਵਿੱਚੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਣਾ ਹੈ। ਇਹ ਗੁਰੂ ਦੀਆਂ ਵੱਡੀਆਂ ਵਡਿਆਈਆਂ ਹਨ ਸਾਧ ਸੰਗਤ ਜੀ। ਆਓ ਸਾਰੀ ਸੰਗਤ ਹੁਣ ਕਿਰਪਾ ਕਰਕੇ ਜੁੜੀਏ। 2-4 ਮਿੰਟ ਫਿਰ ਸਾਰਿਆਂ ਨੇ ਲੰਗਰ ਹਾਲ ਦੇ ਵਿੱਚ ਪਹੁੰਚਣਾ ਹੈ। ਮਹਾਰਾਜ ਦਾ ਜੋ ਤਿਲ ਫੁੱਲ ਸੰਗਤ ਨੇ ਤਿਆਰ ਕੀਤਾ ਛਕ ਕੇ ਜਾਇਓ ਜ਼ਰੂਰ। ਕਰੋ ਕਿਰਪਾ ਸਾਰੀ ਸੰਗਤ, 2-4 ਮਿੰਟ ਅੰਮ੍ਰਿਤ ਦੀ ਵਰਖਾ ਕਰ ਦਿਓ ਜੀ। ਵਾਹਿਗੁਰੂ 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 तिन के काज सवारता, 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 भगत करंते, जो जन तुमरी भगत करंते, जो जन तुमरी भगत करंते, जो जन तुमरी भगत करंते, तिनके काज सवारता, तिनके काज सवारता, तिनके काज सवारता, तिनके काज सवारता,
सवारता, तिनके काज सवारता। तिनके काज सवारता, तिनके काज सवारता। गुरु प्यारी साध संगत जी आਇਆਂ ਨੂੰ ਵੱਧ ਤੋਂ ਵੱਧ ਬੰਦਗੀ ਕਰੋ। ਬਾਬਾ ਨਾਨਕ ਸਿੰਘ ਵਰਗੇ ਮਹਾਂਪੁਰਖਾਂ ਦੇ ਬਚਨ ਸੀ। ਕਹਿੰਦੇ ਕੋਈ ਬੱਚਾ 17-18 ਸਾਲ ਸਟੱਡੀ ਕਰੇ, PhD ਕਰਕੇ ਸਰਟੀਫਿਕੇਟ ਲੈ ਲੈਂਦਾ। ਕਹਿੰਦੇ ਜਿਹੜਾ ਰੋਜ਼ ਗੁਰੂ ਨਾਨਕ ਸਾਹਿਬ ਤੇਰੇ ਪਿਆਰ 'ਚ ਬਹਿ ਕੇ ਸਟੱਡੀ ਕਰਦਾ, ਤੂੰ ਕੁਛ ਨਹੀਂ ਦੇਵੇਂਗਾ। ਇੱਕ ਬੰਦਾ ਹੀ ਆਪਾਂ ਕੰਮ ਕਰਦੇ, ਬੱਚੇ ਵਿਦੇਸ਼ਾਂ ਵਿੱਚ ਹੈ, ਓਵਰ ਟਾਈਮ ਦੇ ਵੱਖਰੇ ਪੈਸੇ ਮਿਲ ਜਾਂਦੇ। ਇੰਨਾ ਪਿਆਰ ਹੈ ਤੁਹਾਡੇ ਬੱਚੇ ਦੀ, ਮਿਹਨਤ ਨਹੀਂ ਕੋਈ ਰੱਖਦਾ। ਅਤੇ ਜਿਹੜਾ ਰੱਬ ਦੇ ਘਰ ਚੌਂਕੜਾ ਮਾਰ ਕੇ ਰੱਬ ਦੀ ਯਾਦ ਵਿੱਚ ਬਹਿੰਦਾ ਹੈ, ਕਿ ਉਹਨੂੰ ਗੁਰੂ ਨਾਨਕ ਸਾਹਿਬ ਰੱਖ ਦੇਣਗੇ ਮਿਹਨਤ ਉਹਦੀ। ਇੱਦਾਂ ਨਹੀਂ ਹੋ ਸਕਦਾ ਕਿ ਇੱਕ ਬੰਦਾ ਕਿਸੇ ਦੀ ਮਿਹਨਤ ਨਹੀਂ ਰੱਖਦਾ ਵੀ ਮੈਂ ਨਹੀਂ ਕਿਸੇ ਦੀ ਰੱਖਣੀ ਵੀ। ਅਤੇ ਗੁਰੂ ਨਾਨਕ ਤਾਂ ਖੁਦਾ ਦਾ ਘਰ ਹੈ, ਪਰ ਆਪਾਂ ਉਹਦੇ ਪਿਆਰ 'ਚ ਬਹਿ ਕੇ ਤੇ ਵੇਖੀਏ। ਭਗਤ ਧੰਨਾ ਜੀ ਕਹਿੰਦੇ ਮੈਂ ਬੈਠਾ ਸੀ, ਸਾਰੇ ਕੰਮ ਕਰਾਏ। ਉਹਨਾਂ ਦੀ ਬਾਣੀ ਆਪਾਂ ਪੜ੍ਹੀ, ਜੋ ਜਨ ਤੁਮਰੀ ਭਗਤ ਕਰਨ ਤੇ ਸਾਰੇ ਕਾਰਜ ਫਿਰ ਰੱਬ ਆਪ ਕਰਦਾ। ਤੁਸੀਂ ਚੁੱਪ ਕਰਕੇ ਫੁਰਨਾ ਹੀ ਬਣਾਉਣਾ, ਅਤੇ ਮਹਾਰਾਜ ਨੇ ਪਹਿਲਾਂ ਹੀ ਤੁਹਾਡੀ ਝੋਲੀ ਭਰ ਦੇਣੀ ਜੀ। ਵਾਹਿਗੁਰੂ ਜੀ ਕਾ